ਸਤਿਗੁਰੂ ਜੀ ਦਾ ਜਿਵੇਂ ਸੋਹਣਾ ਪ੍ਰਸੰਗ ਆ ਰਿਹਾ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਮਨ ਕਰਨ ਬੈਕੁੰਠ ਕੋ। ਜਦੋਂ ਸਾਧ ਸੰਗਤ ਜੀ ਬੈਕੁੰਠ ਨੂੰ ਗਮਨ ਕਰਨ ਦਾ, ਸੱਚਖੰਡ ਨੂੰ ਜਾਣ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮਾਂ ਜਾਣ ਲਿਆ ਹੈ। ਆਪਾਂ ਸੱਚਖੰਡ ਕਹਿ ਦਿੰਦੇ ਹਾਂ, ਸਨਾਤਨ ਮਤ ਵਾਲੇ ਉਹ ਬੈਕੁੰਠ ਕਹਿ ਦਿੰਦੇ ਆ। ਬੈ ਨਾਮ ਦਵੈਤ ਦਾ ਹੈ, ਕੁੰਠ ਨਾਮ ਖਤਮ ਹੋਣ ਦਾ, ਜਿੱਥੇ ਜਾ ਕੇ ਦੂਜਾਪਣ ਖਤਮ ਹੋ ਜਾਏ, ਸੱਚ ਦਾ ਹੀ ਸਾਧ ਸੰਗਤ ਸਰੂਪ ਹੋ ਜਾਵੇ, ਜੀਵ ਸੱਚ ਦੇ ਵਿੱਚ, ਵਾਹਿਗੁਰੂ ਦੇ ਵਿੱਚ ਸਮਾ ਜਾਵੇ, ਉਸ ਜਗ੍ਹਾ ਦਾ ਨਾਂ ਸੱਚਖੰਡ ਜਾਂ ਬੈਕੁੰਠ ਹੈ। ਉਸ ਬੈਕੁੰਠ ਦੇ ਵਿੱਚ ਜਾਣ ਦੇ ਲਈ ਲਖਿਓ ਸਮਾਨ ਦੇ ਰਾਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਾਣ ਲਿਆ ਕਿ ਸਮਾਂ ਨੇੜੇ ਆ ਗਿਆ ਹੈ। ਸਾਹਿਬ ਦੇ ਵੀ ਨਿਕਟ ਰਹੇ। ਔਰ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਸਤਿਗੁਰੂ ਜੀ ਦੇ ਮਹਿਲ ਉਹ ਨੇੜੇ ਰਹਿੰਦੇ ਹਨ। ਇਹ ਗੁਰ ਸਹਿ ਨਾ ਸਕਾਈ। ਜੇ ਇਹ ਇੱਥੇ ਨੇੜੇ ਰਹਿਣਗੇ, ਸਤਿਗੁਰੂ ਜੀ ਸੋਚਦੇ ਆ ਅਸੀਂ ਸਰੀਰ ਛੱਡ ਦੇਣਾ, ਸੱਚਖੰਡ ਚਲੇ ਜਾਣਾ ਹੈ, ਭਾਣਾ ਵਰਤਾ ਦੇਣਾ ਹੈ। ਇਹ ਬੜੇ ਪ੍ਰੇਮ ਦੇ ਨਾਲ ਸਾਡੇ ਨਿਕਟਵਰਤੀ ਹੋ ਕੇ ਰਹਿੰਦੇ ਹਨ। ਜੇਕਰ ਇਹਨਾਂ ਦੇ ਸਾਹਮਣੇ ਅਸੀਂ ਵਿਛੋੜਾ ਦਿੱਤਾ ਤੇ ਇਹ ਸਹਿਣ ਨਹੀਂ ਕਰ ਸਕਣਗੇ। ਰਾਮ ਕੋਇਰ ਭਾਈ ਕੈ ਕਥਾ। ਭਾਈ ਰਾਮ ਕੋਇਰ ਜੀ, ਬਾਬਾ ਗੁਰਬਖਸ਼ ਸਿੰਘ ਜੀ ਇਹ ਕਥਾ ਸੰਗਤ ਨੂੰ ਸੁਣਾ ਰਹੇ ਹੈ। 13 ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਗਮਨ ਤੋਂ ਬਾਅਦ ਹਜੂਰ ਸਾਹਿਬ ਤੋਂ ਵਾਪਸ ਪੰਜਾਬ ਆਏ। ਭਾਈ ਰਾਮ ਕੋਇਰ ਜੀ ਕੋਲ ਪਹੁੰਚੇ, ਇਹਨਾਂ ਨੂੰ ਬੇਨਤੀ ਕੀਤੀ, ਭਾਈ ਸਾਹਿਬ ਜੀ ਤੁਸੀਂ ਸਤਿਗੁਰੂ ਜੀ ਦੇ ਬ੍ਰਹਮ ਗਿਆਨੀ ਸਿੱਖ ਹੋ, ਬਹੁਤ ਲੰਮਾ ਸਮਾਂ ਤੁਹਾਡੀਆਂ ਕਈ ਪੀੜ੍ਹੀਆਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਔਰ ਤੁਹਾਡੀਆਂ ਹੋਰ ਕਿੰਨੀਆਂ ਹੀ ਪੀੜ੍ਹੀਆਂ, ਸਾਰੇ ਸਤਿਗੁਰਾਂ ਦਾ ਉਹਨਾਂ ਨੇ ਸੰਗ ਕੀਤਾ। ਆਪ ਜੀ ਸਤਿਗੁਰਾਂ ਦਾ ਇਤਿਹਾਸ ਸਾਨੂੰ ਸੁਣਾਓ। ਭਾਈ ਰਾਮ ਕੋਇਰ ਜੀ ਨੇ ਜਿਹੜਾ ਇਤਿਹਾਸ ਉਹਨਾਂ 13 ਸਿੰਘਾਂ ਨੂੰ ਸੁਣਾਇਆ, ਉਹ ਸਾਧ ਸੰਗਤ ਲਿਖਤੀ ਰੂਪ ਦੇ ਵਿੱਚ ਕਲਮਬੱਧ ਕੀਤਾ ਗਿਆ। ਉੱਥੋਂ ਇਹ ਜਿਹੜਾ ਸਾਰਾ ਇਤਿਹਾਸ ਖਾਲਸਾ ਪੰਥ ਦੀ ਝੋਲੀ ਪਿਆ। ਉਸੇ ਇਤਿਹਾਸ ਨੂੰ ਟੇਕ ਬਣਾ ਕੇ, ਆਸਰਾ ਬਣਾ ਕੇ ਉਹ ਵਾਰਤਕ ਦੇ ਵਿੱਚ ਉਹਨਾਂ ਨੇ ਸੁਣਾਇਆ ਸੀ। ਭਾਈ ਸੰਤੋਖ ਸਿੰਘ ਜੀ ਨੇ ਉਸੇ ਇਤਿਹਾਸ ਨੂੰ ਸੁੰਦਰ ਛੰਦਾਬੰਦੀ ਦੇ ਵਿੱਚ ਕਰ ਦਿੱਤਾ ਹੈ। ਕਾਵਿ ਰੂਪ ਦੇ ਵਿੱਚ ਉਹਨਾਂ ਨੇ ਬੜੇ ਸੁਚੱਜੇ ਤਰੀਕੇ ਨਾਲ ਲਿਖਿਆ। ਸੋ ਇਸ ਪ੍ਰਕਾਰ ਜਿਹੜੀ ਇਹ ਕਥਾ ਆਪਾਂ ਹੁਣ ਕਰ ਰਹੇ ਹਾਂ, ਇਹ ਸ਼ੁਰੂ ਦੇ ਵਿੱਚ ਭਾਈ ਰਾਮ ਕੋਇਰ ਜੀ ਨੇ ਕਹੀ ਹੈ। ਸਰੋਤਾ ਬੀਤੀ ਸ਼ੁਭ ਜਥਾ। ਸਰੋਤਿਆਂ ਨੂੰ ਸੁਣਾਉਂਦੇ ਹੋਏ ਭਾਈ ਰਾਮ ਕੋਇਰ ਜੀ ਕਹਿੰਦੇ, ਭਾਈ ਜਿਵੇਂ ਸ਼ੁਭ ਤਰੀਕੇ ਦੇ ਨਾਲ ਇਹ ਇਤਿਹਾਸਕ ਸਾਖੀਆਂ ਵਰਤੀਆਂ ਸੁਣੋ। ਅਵਚਲ ਨਗਰ ਜਾਤ ਮਗਮਾਈ। ਕਹਿੰਦੇ ਜਦੋਂ ਸਤਿਗੁਰੂ ਦਸ਼ਮੇਸ਼ ਪਿਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਬਚਲ ਨਗਰ ਜਾਂਦੇ ਆ, ਰਸਤੇ ਵਿੱਚ ਹਨ। ਮੈਂ ਵੀ ਸੰਗ ਤਰਿਓ ਤੈ ਨਾਹੀ। ਕਹਿੰਦਾ ਮੈਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸੀ, ਪਰ ਰਸਤੇ ਦੇ ਵਿੱਚ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਉਹਨਾਂ ਦਾ ਸੰਗ ਛੱਡਣਾ ਪਿਆ। ਮਮ ਮਾਤਾ ਪਿਛੇ ਤੇ ਧਾਈ। ਕਾਰਨ ਕੀ ਬਣਿਆ ਕਿ ਮੇਰੀ ਮਾਤਾ ਰਮਦਾਸ ਨਗਰ ਤੋਂ ਚੱਲ ਕੇ ਰਸਤੇ ਵਿੱਚ ਜਾ ਕੇ ਸਾਨੂੰ ਸਤਿਗੁਰੂ ਸਾਹਿਬ ਜੀ ਦੇ ਨਾਲ ਜਾ ਮਿਲੀ। ਇਹ ਜਗ ਦੂਰ ਮਿਲੀ ਤਹਿ ਆਈ। ਕਿੰਨੀ ਦੂਰ ਜਾ ਚੁੱਕੇ ਸਾਂ, ਪਰ ਰਸਤੇ ਵਿੱਚ ਆ ਕੇ ਮਾਤਾ ਜੀ ਸਾਨੂੰ ਮਿਲੇ ਹਨ। ਹਰ ਬੰਧਨ ਅਰਜ ਗੁਜਾਰੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਨਮਸਕਾਰ ਕਰਕੇ ਭਾਈ ਰਾਮ ਕੋਇਰ ਜੀ ਕਹਿੰਦੇ, ਮੇਰੀ ਮਾਤਾ ਨੇ ਇਹ ਬੇਨਤੀ ਕੀਤੀ। ਇੱਕ ਪੁੱਤਰ ਹੈ ਮੋਹਿ ਅਗਾਰੀ। ਮੇਰੀ ਮਾਤਾ ਕਹਿਣ ਲੱਗੀ, ਹੇ ਸਤਿਗੁਰੂ ਜੀ, ਮੇਰਾ ਤਾਂ ਅੱਗੇ ਇੱਕੋ ਇੱਕ ਇਹ ਪੁੱਤਰ ਹੈ, ਹੋਰ ਕੋਈ ਦੂਜਾ ਪੁੱਤਰ ਨਹੀਂ ਹੈ। ਦੱਖਣ ਦੇਸ਼ ਦੂਰ ਹੈ ਜਾਣਾ। ਤੇ ਮੈਂ ਸੁਣਿਆ ਕਿ ਤੁਸੀਂ ਬਹੁਤ ਦੂਰ ਦੱਖਣ ਦੇਸ਼ ਦੇ ਵਿੱਚ ਜਾਣਾ ਹੈ, ਔਰ ਇਸੇ ਪ੍ਰਕਾਰ ਮੈਂ ਜਾਣਦੀ ਹਾਂ ਕਿ ਦੱਖਣ ਦੇਸ਼ ਜਿਹੜਾ ਬੜਾ ਦੂਰ ਹੈ। ਜੇ ਮਹਾਰਾਜ ਮੇਰਾ ਪੁੱਤਰ ਰਾਮ ਕੋਇਰ ਤੁਹਾਡੇ ਨਾਲ ਚਲਿਆ ਗਿਆ, ਮੈਂ ਇਹਨੂੰ ਕਿਵੇਂ ਦੇਖਾਂਗੀ? ਸੁਧ ਸੁਣੀਏ ਨਾ ਕਾਨਾ। ਉੱਥੋਂ ਤਾਂ ਮੈਂ ਇਹਦੀ ਕੋਈ ਖਬਰਸਾਰ ਵੀ ਨਹੀਂ ਸੁਣ ਸਕਦੀ ਇੰਨੀ ਦੂਰ ਤੋਂ।
ਜੇ ਮੈਂ ਆਪਣੇ ਪੁੱਤਰ ਨੂੰ ਤੁਹਾਡੇ ਨਾਲ ਜਾਣ ਦੇਵਾਂਗੀ ਤਾਂ ਮੇਰੇ ਵਾਸਤੇ ਬਹੁਤ ਦੁਖਦਾਈ ਹੋਵੇਗਾ। ਪੁੱਤਰ ਫਿਰੈ ਤੇਨੈ ਕਿਨੁ ਸਰੈ। ਮਹਾਰਾਜ, ਪੁੱਤਰ ਦੇ ਵਿਯੋਗ ਦੇ ਵਿੱਚ, ਪੁੱਤਰ ਦੇ ਵਿਛੋੜੇ ਦੇ ਵਿੱਚ ਮੇਰਾ ਕਿਸੇ ਪ੍ਰਕਾਰ ਵੀ ਸਰੇਗਾ ਨਹੀਂ। ਕਿਰਪਾ ਸਿੰਧ ਏ ਕਿਰਪਾ ਕੀਜੈ। ਇਸ ਕਰਕੇ ਹੇ ਕਿਰਪਾ ਦੇ ਸਾਗਰ ਕਲਗੀਧਰ ਪਾਤਸ਼ਾਹ, ਇਹ ਕਿਰਪਾ ਕਰ ਦੇਵੋ। ਮੇਰੇ ਪੁੱਤਰ ਸੰਗ ਮੁਝ ਦੀਜੈ। ਮੇਰਾ ਪੁੱਤਰ ਰਾਮ ਕੁਐਰ ਸਿੰਘ, ਇਹਨੂੰ ਨਾਲ ਨਾ ਲੈ ਕੇ ਜਾਓ, ਮੇਰੇ ਸੰਗ ਕਰ ਦਿਓ, ਮੇਰੇ ਨਾਲ ਭੇਜੋ ਵਾਪਸ ਨਗਰ ਨੂੰ। ਇਤਿਆਦਿਕ ਮਾਤਾ ਤੇ ਸੁਨੇ। ਜਦੋਂ ਇਤਿਆਦਿਕ ਜਿਹੜੀਆਂ ਗੱਲਾਂ ਬੜੇ ਬਿਰਹਾ ਵਾਲੀਆਂ, ਵਿਯੋਗ ਵਾਲੀਆਂ ਸਤਿਗੁਰੂ ਨੇ ਮਾਤਾ ਤੋਂ ਸੁਣੀਆਂ ਸੁਤ ਸਨੇਹ ਤੇ ਸੰਕਟ ਗੁਨੇ। ਕਿ ਇਹ ਮਾਤਾ ਤਾਂ ਪੁੱਤਰ ਦੇ ਸਨੇਹ ਦੇ ਵਿੱਚ, ਪੁੱਤਰ ਦੇ ਪਿਆਰ ਦੇ ਵਿੱਚ ਬਹੁਤ ਸੰਕਟ ਇਹਨੂੰ ਆਇਆ ਹੋਇਆ, ਬੜੀ ਦੁਖੀ ਹੈ। ਮੁਝ ਸੋ ਕਹਿਓ ਜਾਓ ਤੁਮ ਭਾਈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਰਾਮ ਕੁਐਰ ਸਿੰਘ ਜੀ ਕਹਿੰਦੇ, ਮੈਨੂੰ ਕਹਿਣ ਲੱਗੇ, ਕਹਿੰਦੇ ਹੇ ਭਾਈ ਰਾਮ ਕੁਐਰ ਜੀ, ਤੁਸੀਂ ਆਪਣੀ ਮਾਤਾ ਦੇ ਨਾਲ ਵਾਪਸ ਜਾਓ, ਜਨਨੀ ਹੇਤ ਲੈਨ ਕੋ ਆਈ। ਕਿਉਂਕਿ ਬਹੁਤ ਹੇਤ ਕਰਕੇ, ਪ੍ਰੇਮ ਕਰਕੇ ਤੁਹਾਡੀ ਮਾਤਾ ਤੁਹਾਨੂੰ ਲੈਣ ਵਾਸਤੇ ਆਈ ਹੈ। ਮਾਰਗ ਦੂਰ ਲੰਘਤ ਤਾਈ। ਤੇ ਵੇਖੋ ਇਹ ਕਿੰਨਾ ਲੰਮਾ ਰਸਤਾ ਉਲੰਘ ਕੇ ਕੱਲੀ ਆਈ ਹੈ। ਅਬ ਕੈਸੇ ਏਕਲ ਫਿਰ ਜਾਈ। ਜੇ ਤੁਸੀਂ ਇਹਨਾਂ ਦੇ ਨਾਲ ਨਹੀਂ ਜਾਂਦੇ, ਇੰਨੇ ਲੰਮੇ ਰਸਤੇ ਦੇ ਵਿੱਚ ਇਹ ਇਕੱਲੀ ਕਿਵੇਂ ਜਾਵੇਗੀ? ਇਸ ਕਰਕੇ ਅਸੀਂ ਇਕੱਲੀ ਨਹੀਂ ਭੇਜਣਾ ਚਾਹੁੰਦੇ ਮਾਤਾ ਨੂੰ, ਤੁਸੀਂ ਇਹਨਾਂ ਦੇ ਨਾਲ ਜਾਓ। ਇੱਕ ਪੁੱਤਰਾ ਬਿਰਹੋ ਨਹੀਂ ਸਹਾਰੈ। ਤੁਸੀਂ ਇਹਨਾਂ ਦੇ ਇੱਕੋ ਇੱਕ ਇਕਲੌਤੇ ਪੁੱਤਰ ਹੋ, ਤੁਹਾਡਾ ਵਿਛੋੜਾ ਸਹਾਰਨਾ ਨਹੀਂ ਮਾਤਾ ਨੇ। ਨਾਹੇ ਤਾਂ ਮਰੇ ਸੰਗ ਸਿਧਾਰੈ। ਹਾਂ, ਜੇ ਸਹਾਰ ਸਕਦੀ ਹੁੰਦੀ ਜਾਂ ਤੇਰਾ ਕੋਈ ਹੋਰ ਦੂਜਾ ਭਰਾ ਹੁੰਦਾ ਤਾਂ ਫਿਰ ਅਸੀਂ ਤੁਹਾਨੂੰ ਨਾਲ ਲਿਜਾ ਸਕਦੇ ਸੀ, ਤੁਸੀਂ ਸਾਡੇ ਨਾਲ ਜਾ ਸਕਦੇ ਸੀ ਦੱਖਣ ਵੱਲ। ਸੁਨ ਮੈਂ ਗੁਰੂ ਕੇ ਖਰੋ ਅਗਾਰੀ। ਭਾਈ ਰਾਮ ਕੁਐਰ ਜੀ ਕਹਿੰਦੇ, ਉਸ ਵੇਲੇ ਇਹ ਬਚਨ ਸੁਣ ਕੇ ਮੈਂ ਸਤਿਗੁਰੂ ਜੀ ਦੇ ਅੱਗੇ ਖੜਾ ਹੋ ਗਿਆ। ਆਇਓ ਦੀਨ ਇਮ ਬਿਨੈ ਉਚਾਰੀ। ਬਹੁਤ ਨਿਮਰਤਾਵਾਨ ਹੋ ਕੇ ਉਹ ਸਤਿਗੁਰੂ ਨੂੰ ਬੇਨਤੀ ਕੀਤੀ। ਮੇਰੋ ਨੇਮ ਹੋਏ ਨਿਰਬਾਹੂ। ਕਹਿਣ ਲੱਗੇ, ਮਹਾਰਾਜ ਮੈਂ ਇੱਕ ਨੇਮ ਰੱਖਿਆ ਹੈ, ਉਹ ਮੇਰਾ ਨੇਮ ਤੁਹਾਡੇ ਦਰਸ਼ਨ ਕਰਕੇ ਨਿਤਾ ਪ੍ਰਤੀ ਬੜਾ ਵਧੀਆ ਨਿਭ ਰਿਹਾ ਹੈ। ਰਹਿਣਾ ਹਮੇਸ਼ ਆਪ ਕੇ ਪਾਹੂ। ਮੈਂ ਹਮੇਸ਼ਾ ਆਪ ਜੀ ਦੇ ਪਾਸ ਰਹਿੰਦਾ ਰਿਹਾ ਹਾਂ। ਦਰਸ਼ਨ ਕਰੋ ਤਾਂ ਅਚੋ ਆਹਾਰਾ। ਔਰ ਮੇਰਾ ਨਿਯਮ ਇਹ ਹੈ ਕਿ ਮੈਂ ਸਵੇਰ ਵੇਲੇ ਜਿੰਨੀ ਦੇਰ ਤੱਕ ਆਪ ਜੀ ਦੇ ਦਰਸ਼ਨ ਨਹੀਂ ਕਰ ਲੈਂਦਾ, ਕੁਝ ਜਲ ਪਾਣੀ ਭੋਜਨ ਮੂੰਹ ਦੇ ਵਿੱਚ ਨਹੀਂ ਪਾਉਂਦਾ, ਦਰਸ਼ਨ ਕਰਕੇ ਹੀ ਭੋਜਨ ਛਕਦਾ ਹਾਂ। ਬਿਨ ਹੇਰੇ ਰਹਿਣਾ ਰਹਾਉ ਨਿਰਹਾਰਾ। ਔਰ ਜਿੰਨੀ ਦੇਰ ਤੱਕ ਦਰਸ਼ਨ ਨਹੀਂ ਕਰਦਾ, ਮੈਂ ਓਨੀ ਦੇਰ ਤੱਕ ਨਿਰਆਹਾਰ ਰਹਿੰਦਾ ਹਾਂ, ਕੁਝ ਭੋਜਨ ਛਕਦਾ ਛਕਾਉਂਦਾ ਨਹੀਂ। ਤੁਮ ਬਿਸਰੇ ਜਬ ਅਨ ਨਾ ਕਹਿਓ। ਮਹਾਰਾਜ, ਜੇ ਤੁਸੀਂ ਮੈਨੂੰ ਵਿਛੋੜ ਦਿਓਗੇ, ਆਪਣੇ ਤੋਂ ਵੱਖ ਕਰ ਦਿਓਗੇ, ਵਾਪਸ ਭੇਜ ਦਿਓਗੇ, ਤੇ ਫਿਰ ਮਹਾਰਾਜ ਮੈਂ ਕੋਈ ਅੰਨ ਜਲ ਨਹੀਂ ਛਕਣਾ। ਏ ਬਿਦ ਏ ਸਰੀਰ ਨਿਰਭੈ ਹੋ। ਜੇ ਮਹਾਰਾਜ ਮੈਂ ਅੰਨ ਜਲ ਨਾ ਛਕਿਆ ਤੇ ਫਿਰ ਇਹ ਸਰੀਰ ਦਾ ਨਿਰਵਾਹ ਕਿਵੇਂ ਹੋਵੇਗਾ? ਪ੍ਰਥਮ ਕਰੋ ਕੋ ਅਸ ਉਪਚਾਰ। ਪਹਿਲਾ ਮਹਾਰਾਜ ਕੋਈ ਐਸਾ ਉਪਚਾਰ ਕਰੋ, ਐਸਾ ਯਤਨ ਕਰੋ ਕੋਈ। ਪਾਵਰ ਹਟਾਵੋ ਦੇਸ਼ ਮੁਝਾਰਾ। ਹਾਂ, ਮੈਂ ਆਪ ਜੀ ਦੇ ਦਰਸ਼ਨ ਕਿਵੇਂ ਕਰਿਆ ਕਰਾਂ, ਮੈਨੂੰ ਕਿਵੇਂ ਦਰਸ਼ਨ ਦਿਓਗੇ, ਇਹੋ ਜਿਹਾ ਕੋਈ ਯਤਨ ਮੈਨੂੰ ਦੱਸੋ, ਫਿਰ ਉਸ ਤੋਂ ਬਾਅਦ ਮੈਂ ਆਪਣੇ ਦੇਸ਼ ਵਾਪਸ ਚਲਿਆ ਜਾਵਾਂਗਾ। ਸੁਨ ਸਤਿਗੁਰ ਨੇ ਹਿਰਦੇ ਵਿਚਾਰੀ। ਉਸ ਵੇਲੇ ਕਲਗੀਧਰ ਸੱਚੇ ਪਾਤਸ਼ਾਹ ਨੇ ਹਿਰਦੇ ਦੇ ਵਿੱਚ ਇਹ ਗੱਲ ਵਿਚਾਰੀ। ਸਭਨ ਸੁਨਾਵਤ ਗਿਰਾ ਉਚਾਰੀ। ਸਭ ਨੂੰ ਸੁਣਾ ਕੇ ਸਤਿਗੁਰੂ ਜੀ ਨੇ ਵਚਨ ਆਖੇ। ਛੜੋਹੇ ਅਖੇਰ ਹੇਤ ਜਬ ਬਾਹਰ। ਕਹਿੰਦੇ ਭਾਈ ਰਾਮ ਕੁਐਰ ਜੀ, ਤੁਸੀਂ ਵਾਪਸ ਜਾਓ ਆਪਣੇ ਨਗਰ ਰਮਦਾਸ। ਜਦੋਂ ਕਹਿੰਦੇ ਤੁਹਾਡਾ ਸਾਡੇ ਦਰਸ਼ਨ ਕਰਨ ਦਾ ਮਨ ਹੋਵੇ ਸਵੇਰ ਵੇਲੇ, ਜਿਸ ਵੇਲੇ ਤੁਸੀਂ ਦਰਸ਼ਨ ਕਰਦੇ ਹੋ, ਤੇ ਸ਼ਿਕਾਰ ਦੇ ਬਹਾਨੇ ਘੋੜ ਸਵਾਰ ਹੋ ਕੇ ਨਗਰ ਤੋਂ ਬਾਹਰ ਨਿਕਲ ਜਾਇਆ ਕਰੋ ਜੰਗਲ ਵਿੱਚ। ਅਮਰ ਦਰਸ਼ਨ ਪਿਕਤੈ ਜਾਹੁਰ। ਕਹਿੰਦੇ ਉੱਥੇ ਬਾਹਰ ਗਿਆ ਨੂੰ ਤੁਹਾਨੂੰ ਸਾਡੇ ਪ੍ਰਤੱਖ ਹੀ ਦਰਸ਼ਨ ਹੋ ਜਾਇਆ ਕਰਨਗੇ ਨਿਤਾ ਪ੍ਰਤੀ। ਜਬ ਚਾਹੋ ਤਬ ਨਿਕ ਸੁਪਧਾਰੋ। ਹਾਂ, ਜਦੋਂ ਤੁਸੀਂ ਚਾਹਿਆ ਕਰੋਗੇ ਉਸੇ ਵੇਲੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਆਨਨ ਮੈਂ ਹਮ ਦਰਸ ਨਿਹਾਰ ਹੋ। ਔਰ ਘਰ ਦੇ ਵਿੱਚ ਨਹੀਂ, ਨਗਰ ਦੇ ਵਿੱਚ ਨਹੀਂ, ਜੰਗਲਾਂ ਵਿੱਚ ਤੁਸੀਂ ਸਾਡੇ ਦਰਸ਼ਨ ਕਰ ਸਕਦੇ ਹੋ। ਏਮ ਮੁਰ ਸੋ ਕਹਿ ਕੀਨ ਸਤਿਆਰੀ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਖਿਆ, ਭਾਈ ਰਾਮ ਕੁਐਰ ਸਿੰਘ ਕੁਐਰ ਜੀ,
ਬਾਬਾ ਗੁਰਬਖਸ਼ ਸਿੰਘ ਜੀ ਹੁਣ ਤੁਸੀਂ ਵਾਪਸ ਜਾਣ ਦੀ ਤਿਆਰੀ ਕਰ ਲਵੋ। ਸਾਹਿਬ ਦੇਵੀ ਸਾਧੂ ਚਾਰੀ ਕਿਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਵਾਪਸ ਭੇਜ ਦਿੱਤਾ ਸੀ। ਤੇ ਇਹੋ ਜਿਹੇ ਬਚਨ ਕਹਿੰਦੇ ਸਤਿਗੁਰੂ ਜੀ ਨੇ ਖਾਲਸੇ ਦੀ ਮਾਤਾ ਸਾਹਿਬ ਕੌਰ ਨੂੰ ਵੀ ਉਚਾਰਨ ਕੀਤੇ। ਤੁਮ ਵੀ ਹਟ ਦਿੱਲੀ ਪੁਰ ਜਾਓ। ਕਹਿਣ ਲੱਗੇ ਐ ਸਾਹਿਬ ਕੌਰ ਜੀ ਤੁਸੀਂ ਵੀ ਹੁਣ ਵਾਪਸ ਇੱਥੋਂ ਦਿੱਲੀ ਪਹੁੰਚ ਜਾਓ। ਬਸੋ ਸੁਪਤਨੀ ਕੇ ਨਿਤ ਪਾਹੂ। ਉੱਥੇ ਸਾਡੀ ਸੁਪਤਨੀ ਤੁਹਾਡੀ ਭੈਣ ਸੁੰਦਰ ਕੌਰ ਜੀ ਰਹਿੰਦੇ ਆ, ਉਹਨਾਂ ਦੇ ਕੋਲ ਜਾ ਕੇ ਰਹੋ ਤੁਸੀਂ ਬਸੋ। ਸਭ ਸੰਗਤ ਤੁਮ ਸੇਵ ਕਮਾਵੇ। ਸਾਰੀ ਸੰਗਤ ਤੁਹਾਡੀ ਸੇਵਾ ਕਮਾਵੇਗੀ ਉੱਥੇ। ਆਮ ਸਮ ਦੁਹਾਨ ਦਰਸ਼ਨ ਪਾਵੇ। ਜਿਵੇਂ ਸਾਡੇ ਦਰਸ਼ਨ ਸਿੱਖ ਸੰਗਤਾਂ ਕਰਦੀਆਂ ਉੱਥੇ ਤੁਹਾਡੇ ਦੋਵਾਂ ਭੈਣਾਂ ਦੇ ਸਾਡੇ ਸਮਾਨ ਹੀ ਦਰਸ਼ਨ ਕਰਿਆ ਕਰਨਗੀਆਂ ਸੰਗਤਾਂ। ਇਤਿਆਦਿਕ ਬਹੁਤੀ ਸਮਝਾਈ। ਇਤਿਆਦਿਕ ਬਚਨ ਕਰਕੇ ਸਤਿਗੁਰੂ ਜੀ ਨੇ ਬਹੁਤ ਸਮਝਾਇਆ ਮਾਤਾ ਸਾਹਿਬ ਕੌਰ ਨੂੰ। ਅਜਿਉ ਨ ਸੰਗ ਵਿਸਾਲ ਹਟਾਈ। ਪਰ ਮਾਤਾ ਸਾਹਿਬ ਕੌਰ ਜੀ ਉਹ ਸਤਿਗੁਰੂ ਜੀ ਦਾ ਸੰਗ ਤਿਆਗਣਾ ਨਹੀਂ ਚਾਹੁੰਦੇ, ਉਹ ਵਾਪਸ ਨਹੀਂ ਜਾਣਾ ਚਾਹੁੰਦੇ। ਸੋ ਮਾਤਾ ਸਾਹਿਬ ਕੌਰ ਜੀ ਨੇ ਬੇਨਤੀ ਕੀਤੀ, ਦਰਸ਼ਨ ਕਰ ਆਹਾਰ ਸੋ ਖਾਈ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਵੀ ਇਹ ਨਿਯਮ ਹੈ ਕਿ ਮੈਂ ਆਪ ਜੀ ਦੇ ਦਰਸ਼ਨ ਕਰਕੇ ਹੀ ਅੰਨ ਜਲ ਛਕਦੀ ਹਾਂ। ਮੋਹਿ ਸਮਾਨ ਨੇਮ ਨਿਭਾਈ। ਭਾਈ ਰਾਮ ਕੌਰ ਜੀ ਕਹਿੰਦੇ ਜਿਵੇਂ ਮੇਰਾ ਨੇਮ ਸੀ ਉਵੇਂ ਮਾਤਾ ਜੀ ਵੀ ਨੇਮ ਨਿਭਾਉਂਦੇ ਸਨ। ਸਤਿਗੁਰੂ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਅੰਨ ਜਲ ਮੂੰਹ ਵਿੱਚ ਪਾਉਂਦੇ ਸਨ। ਮਾਤ ਸੰਗ ਮੈਂ ਹੋਏ ਹਟ ਪਰਿਓ। ਭਾਈ ਰਾਮ ਕੌਰ ਜੀ ਕਹਿੰਦੇ ਮੈਂ ਤਾਂ ਸਤਿਗੁਰੂ ਦਾ ਬਚਨ ਮੰਨ ਕੇ ਆਪਣੇ ਮਾਤਾ ਜੀ ਦੇ ਨਾਲ ਵਾਪਸ ਆ ਗਿਆ ਪੰਜਾਬ ਵੱਲ। ਆਮਨ ਮਦਰ ਦੇਸ਼ ਮੈਂ ਕਰਿਓ। ਮੈਂ ਆਪਣੇ ਮਾਝੇ ਦੇਸ਼ ਦੇ ਵਿੱਚ ਮਾਤ ਲੋਕ ਦੇ ਵਿੱਚ ਪੰਜਾਬ ਦੀ ਧਰਤੀ ਤੇ ਵਾਪਸ ਆ ਗਿਆ। ਨਿਤ ਅਖੇ ਰਾਮ ਹਿਤ ਗਮਨੋ ਬਾਹਰੇ। ਸਵੇਰੇ ਵੇਲੇ ਨਿਤਨੇਮ ਕਰਨ ਤੋਂ ਬਾਅਦ ਅੰਮ੍ਰਿਤ ਵੇਲੇ ਹੀ ਮੈਂ ਸ਼ਿਕਾਰ ਬਹਾਨੇ ਜੰਗਲਾਂ ਵਿੱਚ ਜਦੋਂ ਜਾਂਦਾ ਸੀ ਬਾਹਰ। ਦਰਸ਼ਨ ਗੁਰ ਦਰਸੋ ਤਬ ਜਾਹਰ। ਉਸ ਵੇਲੇ ਜਾਹਰੀ ਪ੍ਰਤੱਖ ਤੌਰ ਦੇ ਉੱਤੇ ਕਲਗੀਧਰ ਸੱਚੇ ਪਾਤਸ਼ਾਹ ਦੇ ਮੈਨੂੰ ਦਰਸ਼ਨ ਹੋ ਜਾਂਦੇ ਸਨ। ਅਵਸਰ ਨਗਰ ਗਏ ਗੁਰ ਰਹੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਧਰ ਅਬਚਲ ਨਗਰ ਦੇ ਵਿੱਚ ਰਹਿ ਰਹੇ ਹਨ ਤੇ ਅਸੀਂ ਵਾਪਸ ਚਲੇ ਗਏ। ਸਮਾ ਅੰਤ ਤਨ ਕੋ ਤਬ ਲਹੀ। ਜਦੋਂ ਸਤਿਗੁਰੂ ਜੀ ਅਬਚਲ ਨਗਰ ਰਹਿ ਰਹੇ ਹਨ ਇੱਥੇ ਸਤਿਗੁਰੂ ਜੀ ਨੇ ਆਪਣਾ ਅੰਤਮ ਸਮਾਂ ਜਾਣਿਆ ਕਿ ਹੁਣ ਸੱਚਖੰਡ ਜਾਣ ਦਾ ਵੇਲਾ ਆ ਗਿਆ ਹੈ। ਸੰਗ ਸਦੀ ਹੋਏ ਸਾਹਿਬ ਦੇਵੀ। ਸਤਿਗੁਰੂ ਜੀ ਸੋਚਦੇ ਐ ਕਿ ਜੇਕਰ ਸਾਹਿਬ ਕੌਰ ਜੀ ਇੱਥੇ ਸਾਡੇ ਪਾਸ ਰਹਿਣਗੇ, ਪ੍ਰੇਮ ਬਹੁਤ ਕਰਦੇ ਐ, ਅਸੀਂ ਜਦੋਂ ਸੱਚਖੰਡ ਪਿਆਨਾ ਕਰਨਾ ਤੇ ਕਿਤੇ ਸਾਡੀ ਚਿਖਾ ਦੇ ਵਿੱਚ ਨਾਲ ਹੀ ਸਤੀ ਨਾ ਹੋ ਜਾਣ, ਜਿਉਂਦੇ ਕਿਤੇ ਚਿਖਾ ਵਿੱਚ ਛਾਲ ਨਾ ਮਾਰ ਜਾਣ। ਚਿਤ ਮੈਂ ਚਿਤਵਤ ਭੇ ਪ੍ਰਭ ਏਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਨ ਦੇ ਵਿੱਚ ਵਿਚਾਰ ਸੋਚਦੇ ਹਨ। ਆਪਣੇ ਤੇ ਤਬ ਚਾਹਤ ਬਿਸ਼ੋਰੀ। ਸੋ ਇਸ ਕਰਕੇ ਸਤਿਗੁਰੂ ਜੀ ਆਪਣੇ ਤੋਂ ਵਿਛੋੜਨਾ ਚਾਹੁੰਦੇ ਆ, ਦੂਰ ਕਰਨਾ ਚਾਹੁੰਦੇ, ਦਿੱਲੀ ਭੇਜਣਾ ਚਾਹੁੰਦੇ ਹਨ ਮਾਤਾ ਸਾਹਿਬ ਕੌਰ ਨੂੰ। ਅਠਨ ਹੇਤ ਦਿੱਲੀ ਪੁਰੋਰੀ। ਦਿੱਲੀ ਵੱਲ ਨੂੰ ਭੇਜਣ ਵਾਸਤੇ ਕਯੋ ਜਾਓ ਅਬ ਦੇਰ ਨ ਲਾਓ। ਸਤਿਗੁਰੂ ਨੇ ਆਖਿਆ ਸਾਹਿਬ ਕੌਰ ਜੀ ਦੇਰੀ ਨਾ ਲਾਓ, ਜਲਦੀ ਚਲੇ ਜਾਓ। ਬਸੋ ਸੁਪਤਨੀ ਹੈ ਜਿਸ ਥਾਉ। ਉੱਥੇ ਜਾ ਕੇ ਵਸੋ ਤੁਸੀਂ ਜਿੱਥੇ ਸਾਡੀ ਸੁਪਤਨੀ ਸੁੰਦਰ ਕੌਰ ਰਹਿੰਦੀ ਹੈ। ਸੁਨ ਸਾਹਿਬ ਦੇਵੀ ਕਰ ਜੋਰੇ। ਉਸ ਵੇਲੇ ਮਾਤਾ ਸਾਹਿਬ ਦੇਵੀ ਕੌਰ ਜੀ ਨੇ ਹੱਥ ਜੋੜੇ। ਦੀਨ ਮਨਾ ਹੋਏ ਚਰਨ ਨਿਹੋਰੇ। ਬਹੁਤ ਹੀ ਨਿਮਰਤਾਵਾਨ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵੱਲ ਨਿਗਾਹ ਮਾਰੀ ਤੱਕਿਆ। ਤੁਮ ਬਿਨ ਮੋਰ ਅਲੰਬ ਨਾ ਕੋਈ। ਹੇ ਕਲਗੀਧਰ ਪਾਤਸ਼ਾਹ ਜੀ ਤੁਹਾਡੇ ਤੋਂ ਬਿਨਾ ਮੇਰਾ ਹੋਰ ਕੋਈ ਅਲੰਬ ਨਹੀਂ ਹੈ, ਆਸਰਾ ਨਹੀਂ ਹੈ। ਏਕ ਚੋਂ ਜਲ ਭੋਜਨ ਦੋਈ। ਮਹਾਰਾਜ ਸੱਚੇ ਪਾਤਸ਼ਾਹ ਅੰਨ ਭੋਜਨ ਜਲ ਪਾਣੀ ਜਿਹੜਾ ਦੋਵੇਂ ਮੈਂ ਤਾਂ ਆਪ ਜੀ ਦਾ ਦਰਸ਼ਨ ਕਰਕੇ ਹੀ ਛਕਦੀ ਹਾਂ। ਵਿਛੜੇ ਤੇ ਦਰਸ਼ਨ ਕਿਮ ਹੋਏ। ਜੇ ਆਪ ਜੀ ਮੈਨੂੰ ਵਿਛੋੜਾ ਦੇ ਦਿਓਗੇ, ਮੈਨੂੰ ਦਿੱਲੀ ਭੇਜ ਦਿਓਗੇ, ਫਿਰ ਮੈਨੂੰ ਦਰਸ਼ਨ ਕਿਵੇਂ ਹੋਣਗੇ। ਸਾਹ ਕਸ਼ਟ ਪ੍ਰਾਨਨ ਕੋ ਕੋਈ। ਮਹਾਰਾਜ ਤੁਹਾਡੇ ਵਿਛੋੜੇ ਦੇ ਵਿੱਚ ਮੈਂ ਬਹੁਤ ਦੁੱਖ ਝੱਲਾਂਗੀ ਵਿਛੋੜੇ ਦਾ,
ਤੇ ਮੈਂ ਤਾਂ ਆਪਣੇ ਪ੍ਰਾਣ ਗਵਾ ਦਿਆਂਗੀ। ਕੌਣ ਗਤੀ ਪ੍ਰਭ ਹੋਏ ਹਮਾਰੀ। ਮਹਾਰਾਜ ਕੈਸੀ ਦਸ਼ਾ ਮੇਰੀ ਹੋਵੇਗੀ। ਮਨ ਲਾਚਾਰ ਮੈਂ ਰਹੂੰ ਵਿਚਾਰੀ। ਮਹਾਰਾਜ ਮੈਂ ਤਾਂ ਲਾਚਾਰ ਹੋ ਜਾਵਾਂਗੀ, ਵਿਚਾਰੀ ਬਣ ਕੇ ਇਹ ਸਰੀਰ ਛੱਡ ਦੇਵਾਂਗੀ। ਖੜਗ ਆਦ ਖੜ ਆਜੁਦ ਧਰੀ। ਮਹਾਰਾਜ ਸੱਚੇ ਪਾਤਸ਼ਾਹ ਮੈਂ ਲਾਚਾਰ ਹੋ ਜਾਵਾਂਗੀ, ਇਹ ਗੱਲ ਤੁਸੀਂ ਵਿਚਾਰ ਲਵੋ ਕੈਸੀ ਮੇਰੀ ਦਸ਼ਾ ਹੋਵੇਗੀ। ਖੜਗ ਆਦ ਖਟ ਆਯੁਧ ਧਰੇ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਛੇਵੇਂ ਪਾਤਸ਼ਾਹ ਜੀ ਦੇ ਆਪਣੇ ਦਾਦਾ ਜੀ ਦੇ ਜਿਹੜੇ 6 ਸ਼ਾਸਤਰ ਸਨ। ਸਾਧ ਸੰਗਤ ਜੀ ਬੜੇ ਆਦਰ ਸਤਿਕਾਰ ਸਹਿਤ ਗੁਰੂ ਦਾਦਾ ਜੀ ਦੀ ਨਿਸ਼ਾਨੀ ਸਮਝ ਕੇ ਸਤਿਗੁਰੂ ਜੀ ਨੇ ਅਦਬ ਸਹਿਤ ਕੋਲ ਰੱਖੇ ਸਨ। ਅਸ਼ਟਮ ਗੁਰੂ ਸਜਾਮਨ ਕਰੀ। ਇਹ ਸ਼ਾਸਤਰ, ਇਹ ਖੜਗ, ਤਲਵਾਰ ਇਤਿਆਦਿਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਜਾਉਂਦੇ ਸਨ। ਸ੍ਰੀ ਗੋਬਿੰਦ ਸਿੰਘ ਨਿਕਟ ਮੰਗਾਈ। ਇੱਕ ਸਿੱਖ ਨੂੰ ਕਹਿ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਕੋਲ ਮੰਗਾ ਲਏ। ਸਾਹਿਬ ਦੇਵੀ ਸੌਂਪ ਲਾਈ। ਉਸ ਵੇਲੇ ਮਾਤਾ ਸਾਹਿਬ ਕੌਰ ਜੀ ਨੂੰ ਸੌਂਪ ਕੇ ਬਚਨ ਕੀਤੇ। ਦਰਸ਼ਨ ਕਰੇ ਹਮਾਰੋ ਜਥਾ। ਕਹਿਣ ਲੱਗੇ ਸਾਹਿਬ ਕੌਰ ਜੀ ਜਿਵੇਂ ਤੁਸੀਂ ਸਾਡੇ ਦਰਸ਼ਨ ਕਰਦੇ ਹੋ। ਤਿਨ ਕੋ ਅਵਲੋਕਨ ਲਗ ਲਗ ਤਥਾ। ਕਹਿੰਦੇ ਇਹਨਾਂ ਸ਼ਾਸਤਰਾਂ ਦੇ ਦਰਸ਼ਨ ਵੀ ਤੁਸੀਂ ਉਸੇ ਤਰ੍ਹਾਂ ਕਰਿਆ ਕਰੋ ਜਿਸ ਭਾਵਨਾ ਨਾਲ ਸਾਡੇ ਦਰਸ਼ਨ ਕਰਦੇ ਹੋ। ਕਰੋ ਅਪਰਾਧ ਕੋ ਜਬ ਇਸ਼ਨਾਨਾ। ਜਦੋਂ ਸਵੇਰ ਵੇਲੇ ਤੁਸੀਂ ਇਸ਼ਨਾਨ ਕਰ ਲਵੋ, ਦਰਸ਼ਨ ਕਰੋ ਧਿਆਨ ਮਹਿਮਾ ਮਠਾਨਾ। ਉਸ ਵੇਲੇ ਸਾਡਾ ਧਿਆਨ ਧਾਰ ਕੇ ਤੁਸੀਂ ਇਹਨਾਂ ਸ਼ਾਸਤਰਾਂ ਦੇ ਦਰਸ਼ਨ ਕਰਿਆ ਕਰੋ। ਤਿਮ ਨਿਰਭੈ ਕੋ ਨੀਮ ਤੁਮਾਰਾ। ਇਉਂ ਜਿਹੜਾ ਤੁਹਾਡਾ ਨੇਮ ਹੈ ਸਾਡੇ ਦਰਸ਼ਨ ਕਰਕੇ ਅੰਨ ਜਲ ਛਕਣ ਦਾ, ਇਹਨਾਂ ਸ਼ਾਸਤਰਾਂ ਵਿੱਚੋਂ ਸਾਡੀ ਝਲਕ ਤੁਹਾਨੂੰ ਪ੍ਰਾਪਤ ਹੋ ਜਾ ਕਰੇਗੀ। ਥੋੜੇ ਦਰਸ਼ਨ ਹੋਇਆ ਕਰਨਗੇ ਛਿਨ ਮਾਤਰ, ਇਉਂ ਤੁਹਾਡਾ ਨੇਮ ਨਿਭਦਾ ਰਹੇਗਾ। ਲੈ ਕਰ ਪਹੁੰਚੋ ਪੁਰੀ ਮਝਾਰਾ। ਸੋ ਇਹ ਸ਼ਾਸਤਰ ਲੈ ਕੇ ਤੁਸੀਂ ਹੁਣ ਦਿੱਲੀਪੁਰੀ ਵਿੱਚ ਪਹੁੰਚ ਜਾਓ। ਇਤਿਆਦਿਕ ਕਹਿ ਬਹੁ ਸਮਝਾਈ। ਇਤਿਆਦਿਕ ਕਹਿ ਕਹਿ ਕੇ ਬਹੁਤ ਤਰੀਕਿਆਂ ਨਾਲ ਮਾਤਾ ਸਾਹਿਬ ਕੌਰ ਨੂੰ ਸਤਿਗੁਰੂ ਜੀ ਨੇ ਆਪਣੇ ਮਹਿਲਾਂ ਨੂੰ ਸਮਝਾਇਆ। ਕੀਨੇ ਦਾ ਸੰਗ ਸਮੁਦਾਈ। ਮਾਤਾ ਜੀ ਦੇ ਨਾਲ ਹੋਰ ਕਈ ਸੇਵਾਦਾਰ ਤਿਆਰ ਕਰ ਦਿੱਤੇ। ਭਈ ਬਿਵਸ ਬਿਸਰੀ ਪਦ ਸਾਥ। ਮਾਤਾ ਜੀ ਜਾਣਾ ਨਹੀਂ ਚਾਹੁੰਦੇ ਪਰ ਸਤਿਗੁਰੂ ਦੀ ਆਗਿਆ ਦੇ ਸਾਹਮਣੇ ਬੇਬਸ ਹੋ ਗਏ। ਬੇਬਸ ਹੋ ਕੇ ਮਾਤਾ ਜੀ ਨੇ ਸਤਿਗੁਰੂ ਜੀ ਦਾ ਸਾਥ ਛੱਡਿਆ। ਪਦ ਵਰਤਾ ਚਤੁਰਤ ਤਨਨਾਥ। ਪਤੀ ਵਰਤਾ ਮਾਤਾ ਸਾਹਿਬ ਦੇਵਾ ਕੌਰ ਜੀ, ਸੋ ਉਹ ਚਿਤਵਦੇ ਆ, ਧਿਆਨ ਧਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਪਣੇ ਮਾਲਕ ਦਾ ਹਿਰਦੇ ਵਿੱਚ। ਆਗਿਆ ਮੇਟੀ ਜਾਏ ਨਾ ਕੋਈ। ਸੋਚਦੇ ਆ ਕਿ ਗੁਰੂ ਪਤੀ ਦੀ ਆਗਿਆ ਮੈਨੂੰ ਮੇਟਣੀ ਨਹੀਂ ਚਾਹੀਦੀ, ਹੁਕਮ ਮੋੜਨਾ ਨਹੀਂ ਚਾਹੀਦਾ। ਉਹਨੂੰ ਬੈਕੁੰਠ ਕੋ ਚਰਬੇ ਹੋਈ। ਕਿਉਂਕਿ ਮਾਤਾ ਜੀ ਨੇ ਇਹ ਵੀ ਜਾਣ ਲਿਆ ਕਿ ਮੇਰੇ ਜਾਣ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਬੈਕੁੰਠ ਨੂੰ, ਸੱਚਖੰਡ ਨੂੰ ਚਲੇ ਜਾਣਗੇ। ਸੰਗ ਸਦੀ ਕੋ ਮਨ ਮੇਰੋ। ਔਰ ਸਤਿਗੁਰੂ ਦੇ ਮਨ ਦੀ ਵਿਚਾਰ ਵੀ ਜਾਣ ਲਈ ਕਿ ਸਤਿਗੁਰੂ ਜੀ ਇਸ ਗੱਲੋਂ ਡਰਦੇ ਆ ਕਿ ਮੈਂ ਇੱਥੇ ਇਹਨਾਂ ਦੀ ਚਿਖਾ ਵਿੱਚ ਨਾਲ ਕਿਤੇ ਸਤੀ ਨਾ ਹੋ ਜਾਵਾਂ। ਮੈਂ ਸਾਧ ਦੇਖੀ ਕਦੇਰੋ। ਔਰ ਇਸੇ ਕਰਕੇ ਸਤਿਗੁਰੂ ਜੀ ਚਾਹੁੰਦੇ ਨਹੀਂ ਕਿ ਐਸਾ ਸਮਾਂ ਦੇਖਣਾ ਪਵੇ ਮੈਨੂੰ। ਜਾਂਦੇ ਚੰਦ ਸ਼ੋਕੀ ਅਗਨਾ। ਇਸ ਕਰਕੇ ਮੇਰੇ ਮਨ ਦੇ ਵਿੱਚ ਇਹ ਜਿਹੜੀ ਵਿਛੋੜੇ ਦੀ ਜਿਹੜੀ ਚਿੰਤਾ ਦੀ ਅਗਨੀ ਧੁਖ ਰਹੀ ਹੈ। ਤਗ ਦਿਨ ਮੈਂ ਰਹੂੰ ਬਗਨਾ। ਔਰ ਕਿੰਨੇ ਦਿਨਾਂ ਦੇ ਵਿੱਚ ਮੈਂ ਇਹ ਰਸਤਾ ਤੈਅ ਕਰਕੇ ਅੱਗੇ ਪਹੁੰਚਾਂਗੀ। ਤਨ ਸੁਕਾਏ ਪਿੰਜਰ ਕਰ ਦਿਉ। ਔਰ ਸਤਿਗੁਰੂ ਦੇ ਵਿਛੋੜੇ ਵਿੱਚ ਮੈਂ ਆਪਣੇ ਸਰੀਰ ਨੂੰ ਸੁਕਾ ਲਵਾਂਗੀ, ਪਿੰਜਰ ਕਰ ਲਵਾਂਗੀ। ਪਰੋਂ ਅੰਤ ਕੋ ਬਹੁਤ ਬਹੁ। ਔਰ ਸਤਿਗੁਰੂ ਦੇ ਵਿਛੋੜੇ ਦੇ ਵਿੱਚ ਦੁਖੀ ਹੋ ਕੇ ਮੈਂ ਅੰਤ ਨੂੰ ਸਰੀਰ ਛੱਡ ਜਾਵਾਂਗੀ। ਇਮ ਵਿਚਾਰ ਹੋਏ ਸੰਕਟ ਸਾਥ। ਇਉਂ ਵਿਚਾਰ ਕਰਕੇ ਤੇ ਬੜੇ ਹੀ ਸੰਕਟ ਦੇ ਨਾਲ, ਬੜੇ ਦੁੱਖ ਦੇ ਨਾਲ ਤਿਆਗ ਨ ਸਕੈ ਪਰਮ ਪ੍ਰੇਨਾਥ। ਮਾਤਾ ਜੀ ਤਿਆਗਣਾ ਨਹੀਂ ਚਾਹੁੰਦੇ, ਤਿਆਗ ਨਹੀਂ ਸਕਦੇ ਆਪਣੇ ਪਰਮ ਪਿਆਰੇ ਮਾਲਕ ਨੂੰ, ਆਪਣੇ ਪਤੀ ਨੂੰ। ਦੀਨ ਮਨਾ ਬੰਦੇ ਜੁਗ ਹਾਥ। ਬਹੁਤ ਹੀ ਦੀਨ ਮਨ ਹੋ ਕੇ, ਨਿਮਰਤਾਵਾਨ ਹੋ ਕੇ ਹੱਥ ਜੋੜੇ ਮਾਤਾ ਨੇ। ਅਥਰੂ ਵਿਮੋਚਤ ਪਗ ਪਾ ਧਰ ਮਾਥ। ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਮੱਥਾ ਰੱਖ ਦਿੱਤਾ, ਅਥਰੂ ਕੇਰ ਰਹੇ ਹਨ ਮਾਤਾ ਜੀ। ਕਰਿਓ ਗਮਨ ਕੋ ਬੇਬਸ ਹੋਈ। ਔਰ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਮਾਤਾ ਸਾਹਿਬ ਕੌਰ ਜੀ ਸਤਿਗੁਰੂ ਜੀ ਦੇ ਮਹਿਲ
ਬਹੁਤ ਬੇਵਸ ਹੋ ਕੇ ਚੱਲ ਪਏ ਸਤਿਗੁਰੂ ਦੀ ਆਗਿਆ ਮੰਨਦੇ ਹੋਏ। ਢੇਰ ਢੇਰ ਪਦ ਬੋਰੋਈ। ਬਾਰ-ਬਾਰ ਆਪਣੇ ਪਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਆ। ਦੇਖ ਦੇਖ ਕੇ ਬੜਾ ਰੋਈ ਮਾਤਾ। ਦਾਸ ਪਾਸ ਆਜ ਜੋ ਉਠਵਾਈ। ਸੇਵਾਦਾਰ ਨੂੰ ਆਖਿਆ ਸ਼ਾਸਤਰਾਂ ਦਾ ਸਤਿਕਾਰ ਕਰਨਾ ਹੈ, ਇਹਨਾਂ ਨੂੰ ਉਠਾ ਲਓ। ਤੇਰੇ ਆਗੇ ਕਹਿ ਕਰ ਚੜਵਾਈ। ਔਰ ਆਪਣੇ ਡੋਲੇ ਤੋਂ ਵੀ ਅੱਗੇ ਬਹੁਤ ਅਦਬ ਸਤਿਕਾਰ ਦੇ ਸਹਿਤ ਜਿਹੜੇ ਸ਼ਾਸਤਰ ਉਹ ਮਾਤਾ ਜੀ ਨੇ ਦਾਸ ਨੂੰ ਉਠਵਾ ਦਿੱਤੇ, ਚੁਕਵਾ ਦਿੱਤੇ ਤੇ ਅੱਗੇ ਭੇਜ ਦਿੱਤਾ। ਕਿਉਂਕਿ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਜਿੱਥੇ ਗੁਰਬਾਣੀ ਦਾ ਸਤਿਕਾਰ, ਉੱਥੇ ਸ਼ਾਸਤਰਾਂ ਨੂੰ ਵੀ ਪੀਰ ਕਰਕੇ ਅਸੀਂ ਆਦਰ ਸਤਿਕਾਰ ਕਰਦੇ ਹਾਂ। ਜਿੱਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿੱਤੇ ਅਸਤਰ ਭੇਯੰ ਨਮਸਕਾਰ ਤੇਯੰ, ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਆਰਤੀਰ, ਸਹਿਬ ਸਰੋਹੀ ਸਹਿਤ ਹੀ ਯਹੀ ਹਮਾਰੇ ਪੀਰ। ਸਤਿਗੁਰੂ ਨੇ ਜਿੱਥੇ ਸਾਨੂੰ ਗੁਰਬਾਣੀ ਗੁਰੂ ਦੇ ਲੜ ਲਾਇਆ ਹੈ, ਉੱਥੇ ਸਾਧ ਸੰਗਤ ਜੀ ਸ਼ਾਸਤਰਾਂ ਨੂੰ ਸਾਡੇ ਪੀਰ ਆਖਿਆ ਹੈ। ਆਖਿਆ ਹਰੇਕ ਗੁਰੂ ਕਾ ਸਿੱਖ ਸ਼ਾਸਤਰ ਧਾਰੀ ਹੋਵੇ, ਸ਼ਾਸਤਰਾਂ ਦਾ ਸਤਿਕਾਰ ਕਰੇ। ਇਸ ਕਰਕੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਆ ਨਾ ਗੁਰਦਰਬਾਰ ਵਿੱਚ ਆ ਕੇ, ਸਤਿਗੁਰੂ ਜੀ ਤੋਂ ਵੀ ਪਹਿਲਾਂ ਅਗਲੇ ਪਾਸੇ ਸ਼ਾਸਤਰ ਰੱਖੇ ਹੁੰਦੇ ਆ। ਕਿਤੇ ਚੱਕਰ ਰੱਖੇ ਮਿਲਦੇ ਆ, ਕਿਤੇ ਖੰਡੇ, ਕਿਤੇ ਸ੍ਰੀ ਸਾਹਿਬਾਂ, ਕਿਤੇ ਤੀਰ ਇਤਿਆਦਿਕ ਵੱਖਰੇ ਵੱਖਰੇ ਸ਼ਾਸਤਰ। ਆਮ ਗੁਰਦੁਆਰਿਆਂ ਦੀ ਗੱਲ ਛੱਡੋ, ਸਾਡੇ ਤਖਤ ਸਾਹਿਬਾਨ ਇਤਿਹਾਸਕ ਗੁਰਦੁਆਰਿਆਂ ਵਿੱਚ ਦਰਸ਼ਨ ਕਰਨ ਦੇ ਲਈ ਅਸੀਂ ਜਾਈਏ ਤੇ ਉੱਥੇ ਵੀ ਸਾਧ ਸੰਗਤ ਅੱਗੇ ਸ਼ਾਸਤਰ ਰੱਖੇ ਹੋਏ ਮਿਲਦੇ ਆ। ਔਰ ਵਿਸ਼ੇਸ਼ ਕਰਕੇ ਸਤਿਗੁਰੂ ਜੀ ਸ਼ਾਸਤਰਾਂ ਦੇ ਦਰਸ਼ਨ ਗੁਰੂ ਕੀਆਂ ਸੰਗਤਾਂ ਨੂੰ ਕਰਵਾਏ ਜਾਂਦੇ ਆ, ਕਿਉਂਕਿ ਸ਼ਾਸਤਰਾਂ ਦਾ ਬਹੁਤ ਸਤਿਕਾਰ ਹੈ। ਮਾਤਾ ਸਾਹਿਬ ਕੌਰ ਜੀ ਨੇ ਸ਼ਾਸਤਰਾਂ ਦਾ 6ਵੇਂ ਪਾਤਸ਼ਾਹ ਜੀ ਦੇ ਪਹਿਨੇ ਹੋਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਸ਼ਾਸਤਰ, ਇਹਨਾਂ ਦਾ ਅਦਬ ਕਰਦਿਆਂ ਹੋਇਆਂ ਦਾਸ ਨੂੰ ਚੁਕਵਾ ਕੇ ਅੱਗੇ ਤੋਰ ਦਿੱਤਾ। ਔਰ ਮਾਤਾ ਸਾਹਿਬ ਕੌਰ ਜੀ ਵੀ ਡੋਲੇ ਦੇ ਵਿੱਚ ਚੜ ਗਏ ਤੇ ਆਪਣੇ ਰਸਤੇ ਚੱਲ ਪਏ ਦਿੱਲੀ ਵੱਲ ਨੂੰ। ਸੋ ਮਾਤਾ ਜੀ ਦਾ ਸਰੀਰ ਤਾਂ ਜਾ ਰਿਹਾ ਡੋਲੇ ਦੇ ਵਿੱਚ ਬੈਠਾ ਹੋਇਆ, ਪਰ ਉਹਨਾਂ ਦਾ ਮਨ ਤਾਂ ਆਪਣੇ ਪਤੀ, ਆਪਣੇ ਪਰਮੇਸ਼ਰ, ਆਪਣੇ ਪਿਆਰੇ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਗਿਆ। ਔਰ ਮਾਤਾ ਜੀ ਨੇ ਆਸ ਚੁਕਾ ਦਿੱਤੀ, ਆਸ ਛੱਡ ਦਿੱਤੀ ਵੀ ਹੁਣ ਜਿਉਂਦੇ ਜੀ ਮੇਲ ਨਹੀਂ ਹੋ ਸਕਣਾ। ਕਿਉਂਕਿ ਇਹਨਾਂ ਦੇਹਾਂ ਦੀ, ਇਹਨਾਂ ਸਰੀਰਾਂ ਦੀ ਇਹੀ ਵਡਿਆਈ ਹੈ। ਸੋ ਜਿਹੜਾ ਇਹਨਾਂ ਸਰੀਰਾਂ ਦੇ ਵਿੱਚ ਰਹਿੰਦਾ ਹੋਇਆ ਵਿਛੜਨਾ ਮਿਲਣਾ ਇਹਨਾਂ ਸਰੀਰਾਂ ਦਾ ਧਰਮ ਹੈ, ਪਰ ਜਿਹੜਾ ਕੋਈ ਧੀਰ ਜਵਾਨ ਹੋ ਕੇ ਸਮਬਿਰਤੀ ਰੱਖਦਾ ਦੁੱਖ ਸੁੱਖ ਵਿੱਚ, ਵਿਛੋੜੇ ਮਿਲਾਪ ਦੇ ਵਿੱਚ, ਉਹ ਸਮਝ ਲੈਂਦਾ ਹੈ ਕਿ ਜਿਹੜਾ ਸਰੀਰ ਹੈ ਇਹ ਤਾਂ ਨਾਸ਼ਵੰਤ ਹਨ। ਇਹਨਾਂ ਸਰੀਰਾਂ ਦਾ ਧਰਮ ਕੀ ਹੈ? ਮਿਲਣਾ, ਵਿਛੜਨਾ, ਜਨਮ ਲੈਣਾ, ਮਰ ਜਾਣਾ, ਇਹ ਸਰੀਰਾਂ ਦਾ ਧਰਮ ਹੈ। ਬਾਲਕ ਬਿਰਧ ਹੋਏ ਕਹਿ ਤਰਨਾ। ਕਦੇ ਜਨਮ ਲੈ ਕੇ ਬਾਲਕ ਹੁੰਦਾ ਹੈ, ਬਾਲਕ ਤੋਂ ਬਾਅਦ ਜਵਾਨ ਹੁੰਦਾ, ਜਵਾਨ ਤੋਂ ਬਾਅਦ ਇਹ ਬਿਰਧ ਹੁੰਦਾ, ਫਿਰ ਮੌਤ ਆਉਂਦੀ ਹੈ। ਇਹ ਚੱਕਰ ਚੱਲਦਾ ਰਹਿੰਦਾ ਹੈ। ਨਹੀਂ ਅਵਸਥਾ ਧਰੈ ਕਦਾਈ। ਕੋਈ ਵੀ ਅਵਸਥਾ ਕਦੇ ਸਥਿਰ ਨਹੀਂ ਰਹਿੰਦੀ। ਬਾਲਕ ਹੈ ਤਾਂ ਬਾਲਪਣ ਸਥਿਰ ਨਹੀਂ ਰਹਿੰਦਾ। ਕਿਸ਼ੋਰ ਅਵਸਥਾ ਵਿੱਚ ਮਨੁੱਖ ਚਲਿਆ ਜਾਂਦਾ ਹੈ, ਕਿਸ਼ੋਰ ਤੋਂ ਬਾਅਦ ਜਵਾਨੀ 'ਚ ਜਾਂਦਾ, ਜਵਾਨੀ ਤੋਂ ਬਾਅਦ ਪ੍ਰੌੜ ਅਵਸਥਾ ਵਿੱਚ ਜਾਂਦਾ, ਪ੍ਰੌੜ ਤੋਂ ਬਾਅਦ ਬੁਢਾਪੇ ਵਿੱਚ ਜਾਂਦਾ, ਬੁਢਾਪੇ ਤੋਂ ਬਾਅਦ ਮੌਤ ਵੱਲ ਜਾਂਦਾ। ਸੋ ਕੋਈ ਵੀ ਅਵਸਥਾ ਸਥਿਰ ਨਹੀਂ ਹੈ, ਟਿਕੀ ਨਹੀਂ ਰਹਿੰਦੀ। ਜਲ ਸਲਤਾ ਜਿਮਾ ਨਿਤ ਬਹਿ ਜਾਈ। ਜਿਵੇਂ ਨਦੀ ਦਾ ਜਲ ਨਿਤ ਵਹਿੰਦਾ ਹੀ ਜਾਂਦਾ ਹੈ, ਉਸੇ ਤਰ੍ਹਾਂ ਕੋਈ ਅਵਸਥਾ ਵੀ ਟਿਕੀ ਨਹੀਂ ਰਹਿੰਦੀ ਹੈ, ਅਗਾਂਹ ਨੂੰ ਤੁਰੇ ਹੀ ਜਾਂਦਾ। ਸਰੀਰ ਦਾ ਵੀ ਧਰਮ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਬਹਿਤੀ ਜਾਤ। ਜਿਵੇਂ ਨਦੀ ਵਹਿੰਦੀ ਜਾਂਦੀ ਹੈ ਨਾ, ਉਵੇਂ ਉਮਰ ਵੀ ਵਹਿੰਦੀ ਜਾਂਦੀ ਹੈ, ਪਰ ਕਦੇ ਬਹਿਤੀ ਜਾਤ, ਕਦੇ ਚਿੱਤ ਨਾ ਧਾਰਤ, ਕਦੇ ਹਿਰਦੈ ਨਾ ਧਾਰਤ। ਸਾਧ ਸੰਗਤ ਜੀ, ਮਨੁੱਖ ਸੋਚਦਾ ਨਹੀਂ ਕਿ ਉਮਰ ਬੀਤਦੀ ਜਾ ਰਹੀ ਹੈ, ਪਰ ਇਹ ਵਹਿੰਦੀ ਜਾਂਦੀ ਹੈ ਨਦੀ ਦੇ ਪ੍ਰਵਾਹ ਵਾਂਗ। ਬਨਿਓ ਜਗਤ ਸਭ ਝੂਠ ਪਸਾਰਾ। ਔਰ ਜਿਹੜਾ ਸਾਰਾ ਸੰਸਾਰ ਹੈ ਤਾਂ ਝੂਠ ਦਾ ਹੀ ਪਸਾਰਾ ਬਣਿਆ ਹੋਇਆ ਹੈ। ਜੋ ਬਿਦਤੈ ਸੋ ਨਹੀਂ ਨਿਹਾਰਾ। ਜੋ ਪ੍ਰਗਟ ਹੈ ਸੋ ਸਾਧ ਸੰਗਤ ਜੀ, ਜੋ ਸੱਚ ਹੈ ਉਸ ਨੂੰ ਮਨੁੱਖ ਦੇਖਦਾ ਨਹੀਂ। ਮਾਰਗ ਸਭ ਆਈ। ਇਉਂ ਮਨ ਦੇ ਵਿੱਚ ਸੋਚਾਂ ਸੋਚਦੇ ਹੋਏ ਮਾਤਾ ਜੀ ਰਸਤੇ ਵਿੱਚ ਆ ਰਹੇ ਹਨ। ਸਨੇ ਸਨੇ ਦਿੱਲੀ
ਨੇਰ ਆਈ। ਹੌਲੀ ਹੌਲੀ ਚੱਲਦਿਆਂ ਚੱਲਦਿਆਂ ਦਿੱਲੀ ਦੇ ਨੇੜੇ ਪਹੁੰਚ ਗਏ। ਸੁਧ ਸੁਨ ਕੇ ਮਾਤੈ ਅਗਮ ਨੂੰ, ਜਦੋਂ ਮਾਤਾ ਜੀ ਦੇ ਆਉਣ ਦੀ ਸੁੱਧ ਖਬਰ ਦਿੱਲੀ ਦੀਆਂ ਸੰਗਤਾਂ ਨੇ ਸੁਣੀ, ਸੰਗਤ ਗਈ ਅਗਰ ਤਲ ਭਵਨੋ, ਆਪੋ ਆਪਣੇ ਘਰਾਂ ਵਿੱਚੋਂ ਨਿਕਲ ਕੇ ਸੰਗਤ ਅੱਗੇ ਮਾਤਾ ਜੀ ਦੇ ਸਤਿਕਾਰ ਵਾਸਤੇ ਪਹੁੰਚ ਗਈ। ਨਮੋ ਕਰੀ ਸਭਨੇ ਕਰ ਜੋਰ, ਸਭ ਨੇ ਹੱਥ ਜੋੜ ਕੇ ਮਾਤਾ ਜੀ ਦੇ ਚਰਨਾਂ ਉੱਤੇ ਨਮਸਕਾਰ ਕੀਤੀ। ਕਰ ਨਾਨਾ ਭਾਂਤ ਅਗੋਰ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ, ਦਰਸ਼ਨੀ ਭੇਟਾਵਾਂ ਮਾਤਾ ਜੀ ਨੂੰ ਅਰਪਣ ਕੀਤੀਆਂ। ਸਨਮਾਨਤਪੁਰ ਮੈਂ ਲੈ ਆਈ। ਬਹੁਤ ਸਨਮਾਨ ਕਰਦਿਆਂ ਹੋਇਆਂ, ਆਦਰ ਕਰਦਿਆਂ ਹੋਇਆਂ ਮਾਤਾ ਜੀ ਨੂੰ ਦਿੱਲੀ ਨਗਰ ਵਿਖੇ ਲੈ ਆਏ। ਸੋ ਸੁੰਦਰੀ ਅਗਰ ਨਿਵਾਈ, ਮਾਤਾ ਜੀ ਪਹੁੰਚੇ ਅੱਗੇ। ਮਾਤਾ ਸੁੰਦਰੀ ਜੀ ਸਤਿਗੁਰੂ ਜੀ ਦੇ ਵੱਡੇ ਮਹਿਲ ਉਹਨਾਂ ਨੂੰ ਮਿਲੇ ਜਿਸ ਵੇਲੇ, ਉਸ ਵੇਲੇ ਸਾਧ ਸੰਗਤ ਜੀ ਮਰਿਆਦਾ ਨਿਭਾਉਂਦਿਆਂ ਹੋਇਆਂ ਮਾਤਾ ਸਾਹਿਬ ਕੌਰ ਜੀ ਨੇ ਆਪਣੀ ਵੱਡੀ ਭੈਣ ਜਾਣ ਕੇ, ਸਤਿਗੁਰੂ ਜੀ ਦੀ ਵੱਡੀ ਸੁਪਤਨੀ ਵੱਡੇ ਮਹਿਲ ਜਾਣ ਕੇ ਮਾਤਾ ਸੁੰਦਰੀ ਜੀ ਦੇ ਚਰਨਾਂ ਉੱਤੇ ਸੀਸ ਰੱਖ ਕੇ ਮੱਥਾ ਟੇਕਿਆ। ਮੇਰੀ ਸੁਪਤਨੀ ਆਪ ਸਮਾਹੀ, ਸਤਿਗੁਰੂ ਜੀ ਦੀਆਂ ਦੋਵੇਂ ਸੁਪਤਨੀਆਂ, ਦੋਵੇਂ ਗੁਰੂ ਕੇ ਮਹਿਲ ਆਪਸ ਵਿੱਚ ਉਹਨਾਂ ਦਾ ਮਿਲਾਪ ਹੋਇਆ। ਸਿਮਰਤ ਪਤੇ ਸੁਤ ਰੁਦਨ ਕਰਾਹੀ, ਔਰ ਮਿਲ ਕੇ ਆਪਣੇ ਪਤੀ ਨੂੰ ਯਾਦ ਕਰਦੀਆਂ ਕਿ ਸਾਨੂੰ ਵਿਛੋੜਾ ਝੱਲਣਾ ਪੈ ਗਿਆ। ਆਪਣੇ ਪੁੱਤਰਾਂ ਨੂੰ, ਸਾਹਿਬਜ਼ਾਦਿਆਂ ਨੂੰ ਚੇਤੇ ਕਰ ਕਰਕੇ ਬੜਾ ਰੁਦਨ ਕੀਤਾ, ਬੜਾ ਵਿਰਾਗ ਕੀਤਾ ਦੋਵੇਂ ਮਾਤਾਵਾਂ ਨੇ। ਦੇਵ ਕਰੀ ਗਦਕਾਂ ਹਮਾਰੀ, ਆਪਸ ਵਿੱਚ ਗੱਲਬਾਤ ਕਰਦਿਆਂ ਕਹਿੰਦੀਆਂ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆ ਸਾਡੀ ਕੈਸੀ ਹਾਲਤ ਕੀਤੀ ਹੈ। ਅੰਤ ਸਮੈ ਗੁਰ ਬਿਰਹੋ ਮੈਂ ਡਾਰੀ, ਪਹਿਲਾਂ ਸਾਡੇ ਪੁੱਤਰ ਵਿਛੜ ਗਏ, ਸਾਡੀ ਸੱਸ ਦਾ ਵਿਛੋੜਾ ਹੋਇਆ, ਹੱਸਦਾ ਵਸਦਾ ਆਨੰਦਪੁਰ ਸਾਹਿਬ ਉਹ ਸਾਡੇ ਕੋਲੋਂ ਦੂਰ ਚਲਿਆ ਗਿਆ, ਉੱਥੋਂ ਉਜੜਨਾ ਪਿਆ, ਸਭ ਕੁਝ ਛੱਡਣਾ ਪਿਆ ਪ੍ਰਮਾਤਮਾ ਦੇ ਭਾਣੇ ਵਿੱਚ। ਤੇ ਆ ਅੰਤ ਸਮਾਂ ਆਇਆ ਸੀ, ਸਤਿਗੁਰੂ ਦੇ ਨਾਲ ਇਹ ਵੀ ਬਿਤਾਉਣ ਦਾ ਸਾਨੂੰ ਸਮਾਂ ਨਾ ਮਿਲਿਆ। ਅੰਤ ਸਮੇਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਿਛੋੜਾ ਪੈ ਗਿਆ। ਅੰਤ ਕਠੋਰ ਤਿਕਰ ਦੇ ਹਮਾਰੀ, ਕਹਿੰਦੀਆਂ ਨੇ ਕਿ ਸਾਡਾ ਜਿਹੜਾ ਹਿਰਦਾ ਅਤ ਕਠੋਰ ਹੈ, ਇੰਨਾ ਕਠੋਰ ਹਿਰਦਾ ਇਹਨੂੰ ਧਰਕਾਰ ਹੈ। ਸੁਤ ਪਦ ਵਿਛੜੇ ਭੇ ਤਨ ਧਾਰੀ, ਸਾਡੇ ਪੁੱਤਰ ਵੀ ਵਿਛੜ ਗਏ, ਪਤੀ ਤੋਂ ਵੀ ਵਿਛੋੜਾ ਪੈ ਗਿਆ, ਪਰ ਅਸੀਂ ਫਿਰ ਵੀ ਤਨ ਧਾਰੀ ਬੈਠੀਆਂ ਜਿਉਂਦੀਆਂ ਹਾਂ। ਮੇਰੀ ਪਰਸ ਪਰ ਦੋਨੋਂ ਰੋਈ, ਦੋਨੋਂ ਮਿਲ ਕੇ ਆਪਸ ਦੇ ਵਿੱਚ ਰੁਦਨ ਕਰਦੀਆਂ ਮਾਤਾਵਾਂ। ਪ੍ਰਿਆ ਸੁਖਨ ਕੀ ਗਤ ਦਸ ਹੋਈ, ਦੋਵੇਂ ਮਾਵਾਂ ਨੂੰ ਰੋਂਦੀਆਂ ਵੇਖ ਕੇ, ਜਿਹੜੀਆਂ ਸਿੱਖਾਂ ਦੀਆਂ ਘਰ ਵਾਲੀਆਂ ਪਤਨੀਆਂ ਸੇਵਾਦਾਰਨੀਆਂ ਸਨ ਉਸ ਵੇਲੇ, ਉਹਨਾਂ ਦਾ ਵੀ ਇਹ ਹਾਲ ਹੋਇਆ, ਉਹਨਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਜਿਨੈ ਸਮੇਤ ਭਗਵਤ ਦਕਰੀ, ਔਰ ਬਹੁਤ ਨਿਮਰਤਾ ਸਹਿਤ ਦੋਵੇਂ ਮਾਤਾਵਾਂ ਨੂੰ ਦਾਸੀਆਂ ਨੇ ਬੇਨਤੀ ਕੀਤੀ। ਗੁਰ ਪਤਨੀ ਤੁਮਨੈ ਇਮ ਬਣੀ, ਕਹਿਣ ਲੱਗੀਆਂ ਅਸੀਂ ਤਾਂ ਸੰਸਾਰੀ ਲੋਕ ਆਂ, ਪਰ ਤੁਸੀਂ ਤਾਂ ਗੁਰੂ ਸਾਹਿਬ ਦੀਆਂ ਪਤਨੀਆਂ ਹੋ, ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਬਣਾਉਂਦਾ। ਸੇਵਾ ਕਰੈ ਸਰਬ ਹਮਦਾਸੀ, ਮਾਤਾ ਜੀ ਸਤਿਗੁਰੂ ਜੀ ਦਾ ਘਾਟਾ ਤਾਂ ਨਹੀਂ ਅਸੀਂ ਪੂਰਾ ਕਰ ਸਕਦੀਆਂ, ਤੁਹਾਡੇ ਪੁੱਤਰਾਂ ਵਾਲਾ ਪਰਿਵਾਰ ਵਾਲਾ ਘਾਟਾ ਤਾਂ ਨਹੀਂ ਪੂਰਾ ਕਰ ਸਕਦੀਆਂ, ਪਰ ਜਿੰਨੀ ਸਾਡੇ ਤੋਂ ਹੋ ਸਕੀ ਅਸੀਂ ਤੁਹਾਡੀਆਂ ਦਾਸੀਆਂ ਸੇਵਾਦਾਰ ਨੇ, ਹਰ ਪ੍ਰਕਾਰ ਕਰਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗੀਆਂ, ਸੇਵਾ ਕਰਾਂਗੀਆਂ। ਦਿਨ ਰਾਤ ਤੁਹਾਡੇ ਕੋਲ ਰਹਿ ਕੇ ਤੁਹਾਨੂੰ ਪਰਚਾਵਾਂਗੀਆਂ। ਇਤਿਆਦਿਕ ਬਹੁਤ ਬੇਨਤੀਆਂ ਬਚਨ ਕੀਤੇ ਇਹਨਾਂ ਸੇਵਾਦਾਰ ਬੀਬੀਆਂ ਨੇ। ਮਾਤਾ ਸੁੰਦਰੀ ਜੀ ਨੇ ਮਨ ਦੇ ਵਿੱਚ ਕੁਝ ਹੌਸਲਾ ਧਾਰਨ ਕੀਤਾ। ਇੱਕ ਬਹੁਤ ਸੁੰਦਰ ਪਲੰਗ ਦੇ ਉੱਤੇ ਸੁੰਦਰ ਵਿਛਾਈ ਕੀਤੀ। ਜਿਹੜੇ ਸ਼ਾਸਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਬਚਨ ਕੀਤੇ ਸਨ, ਇਹਨਾਂ ਸ਼ਾਸਤਰਾਂ ਵਿੱਚੋਂ ਸਾਡੇ ਦਰਸ਼ਨ ਹੋਣਗੇ। ਬੜੇ ਆਦਰ ਸਤਿਕਾਰ ਦੇ ਸਹਿਤ ਉਹ ਜਿਹੜੇ ਸ਼ਾਸਤਰ ਸਨ ਛੇਵੇਂ ਪਾਤਸ਼ਾਹ ਜੀ ਦੇ, ਦਾਦਾ ਗੁਰੂ ਜੀ ਦੇ, ਉਹਨਾਂ ਨੂੰ ਆਸਣ ਤੇ ਸੁਭਾਏਮਾਨ ਕਰ ਦਿੱਤਾ। ਦੋਵੇਂ ਸੌਕਣਾ, ਦੋਵੇਂ ਭੈਣਾਂ ਸਤਿਗੁਰੂ ਜੀ ਦੀਆਂ ਦੋਵੇਂ ਪਤਨੀਆਂ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉਹਨਾਂ ਸ਼ਾਸਤਰਾਂ ਨੂੰ ਗੁਰੂ ਸਰੂਪ ਕਰਕੇ ਮੰਨਦੀਆਂ, ਪੂਜਾ ਕਰਦੀਆਂ ਹਨ। ਫੁੱਲ ਧੂਪ ਚੰਦਨ ਇਤਿਆਦਿਕ ਚਾੜ ਕੇ ਸਾਧ ਸੰਗਤ ਜੀ ਇਤਿਆਦਿਕ ਖੁਸ਼ਬੂਆਂ ਅਰਪਣ ਕਰਕੇ ਉਹਨਾਂ ਸ਼ਾਸਤਰਾਂ ਦਾ ਸਤਿਕਾਰ ਕਰਦੀਆਂ ਹਨ। ਉਹਨਾਂ ਸ਼ਾਸਤਰਾਂ ਵਿੱਚੋਂ ਸਤਿਗੁਰੂ ਜੀ ਦੀ ਝਲਕ ਮਿਲਦੀ ਹੈ, ਸਤਿਗੁਰੂ ਦਰਸ਼ਨ ਦਿੰਦੇ ਹਨ। ਦਰਸ਼ਨ ਕਰਕੇ ਫਿਰ ਭੋਜਨ ਪ੍ਰਸ਼ਾਦਾ ਛਕਦੀਆਂ ਹਨ। ਬਹੁਤ ਦੂਰ ਦੁਰਾਡਿਆਂ ਤੋਂ ਸਿੱਖ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਹਨ ਮਾਤਾਵਾਂ ਕੋਲ।
ਉਹ ਸਿੱਖ ਸੰਗਤਾਂ ਵੀ ਸਤਿਗੁਰੂ ਸਾਹਿਬ ਜੀ ਦੇ ਮਹਿਲਾਂ ਨੂੰ ਵੀ ਗੁਰੂ ਸਮਾਨ ਜਾਣ ਕੇ ਪੂਜਾ ਕਰਦੀਆਂ, ਸਨਮਾਨ ਕਰਦੀਆਂ ਤੇ ਗੁਰੂ ਕੇ ਸ਼ਸਤਰਾਂ ਦਾ ਵੀ ਉਵੇਂ ਸਤਿਕਾਰ ਕਰਦੀਆਂ ਹਨ। ਅਰਪਦ ਗਨ ਉਪਹਾਰ ਸ਼ੀਰੀ ਬਹੁਤ ਸਾਰੀਆਂ ਭੇਟਾਵਾਂ ਧਨ ਪਦਾਰਥ ਮਾਤਾਵਾਂ ਨੂੰ ਭੇਟ ਕਰਦੀਆਂ ਸੰਗਤਾਂ। ਨਿਤ ਪ੍ਰਤ ਪੂਜਾ ਹੋਤ ਬਡੇਰੀ ਇਸ ਪ੍ਰਕਾਰ ਦੋਵੇਂ ਮਾਤਾਵਾਂ ਦੀ ਔਰ ਸਤਿਗੁਰੂ ਦੇ ਸ਼ਸਤਰਾਂ ਦੀ ਨਿੱਤਾ ਪ੍ਰਤੀ ਬਹੁਤ ਪੂਜਾ ਹੁੰਦੀ ਹੈ। ਮਹਿਮਾ ਸ਼ਸਤਰਨ ਕੀ ਬਹੁ ਭਈ ਸਤਿਗੁਰੂ ਜੀ ਇਹਨਾਂ ਸ਼ਸਤਰਾਂ ਦੀ ਬਹੁਤ ਮਹਿਮਾ ਬਹੁਤ ਵਡਿਆਈ ਹੁੰਦੀ ਭਈ। ਹਰੀ ਕਾਮਨਾ ਸੋ ਸਖ ਲਈ ਜਿਹੜਾ ਵੀ ਕੋਈ ਭਾਵਨਾ ਰੱਖ ਕੇ ਕੋਈ ਕਾਮਨਾ ਇੱਛਾ ਰੱਖ ਕੇ ਸਾਹਮਣੇ ਆ ਕੇ ਅਰਦਾਸ ਕਰਦਾ ਉਹਦੀ ਇੱਛਾ ਪੂਰੀ ਹੁੰਦੀ ਹੈ। ਸਾਹਿਬ ਦੇਵੀ ਸਦਾ ਸੁਚਿੰਤ ਮਾਤਾ ਸਾਹਿਬ ਦੇਵਾ ਕੌਰ ਜੀ ਸਦਾ ਹੀ ਚਿੰਤਾ ਦੇ ਵਿੱਚ ਰਹਿੰਦੇ ਹਨ ਸਬਦ ਸੁੰਦਰੀ ਨਿਵਡ ਬਸੰਤ ਔਰ ਆਪਣੀ ਭੈਣ ਮਾਤਾ ਸੁੰਦਰੀ ਜੀ ਦੇ ਕੋਲ ਵਸਦੇ ਹਨ। ਔਰ ਸਰੀਰ ਕੋ ਚਿਤਵਨ ਕਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਸਤਿਗੁਰੂ ਦੇ ਸਰੂਪ ਨੂੰ ਨਿੱਤਾ ਪ੍ਰਤੀ ਚੇਤੇ ਕਰਦੇ ਹਨ, ਹਰ ਵੇਲੇ ਯਾਦ ਰੱਖਦੇ। ਦਿਨ ਧਿਆਨ ਦੇ ਪਦ ਧਰਤੀ ਦਿਨ ਰਾਤ ਆਪਣੇ ਪਤੀ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਰੱਖਦੀ। ਦੁਰਬਲ ਤਨ ਜੇ ਕੋ ਹੋਇ ਗਇਓ ਔਰ ਮਾਤਾ ਜੀ ਦਾ ਇਉਂ ਵਿਛੋੜੇ ਦੇ ਵਿੱਚ ਹੌਲੀ ਹੌਲੀ ਸਰੀਰ ਬੜਾ ਦੁਰਬਲ ਕਮਜ਼ੋਰ ਹੋ ਗਿਆ। ਸ਼ੋਕ ਪਰਾਇਣ ਚਿਤ ਨਿਤ ਭਇਓ ਨਿੱਤਾ ਪ੍ਰਤੀ ਸ਼ੋਕ ਪ੍ਰਾਇਣ ਹੋਇਆ ਰਹਿੰਦਾ ਹੈ, ਵਿਛੋੜੇ ਦੇ ਦੁੱਖ ਦੇ ਵਿੱਚ ਰਹਿੰਦਾ ਹੈ ਚਿੱਤ ਮਾਤਾ ਜੀ ਦਾ। ਪੀਤ ਬਸਨ ਆਂਸੂ ਦ੍ਰਿਗ ਗੇਰਤ ਚਿਹਰਾ ਪੀਲਾ ਹੋ ਗਿਆ, ਸਦਾ ਹੀ ਨੇਤਰਾਂ ਵਿੱਚੋਂ ਨੀਰ ਵਹਿੰਦਾ ਰਹਿੰਦਾ ਹੈ। ਨਹੀਂ ਸਮੀਪ ਕੰਤ ਕੋ ਹਿਰਤ ਕਿਉਂਕਿ ਪਤੀ ਕੋਲ ਨਹੀਂ ਨਾ, ਕੋਲ ਦਰਸ਼ਨ ਨਹੀਂ ਹੁੰਦੇ, ਇਸ ਕਰਕੇ ਮਾਤਾ ਜੀ ਦੀ ਐਸੀ ਹਾਲਤ ਹੋਈ। ਸ਼ਸਤਰ ਦਰਸ ਕੈ ਭੋਜਨ ਖਾਵੈ ਔਰ ਸ਼ਾਸਤਰਾਂ ਦੇ ਦਰਸ਼ਨ ਕਰਕੇ ਥੋੜਾ ਬਹੁਤਾ ਭੋਜਨ ਮਾਤਾ ਜੀ ਛਕਦੇ ਹਨ। ਅਲਪਹਾਰ ਪਸ਼ੂ ਨੇ ਭਾਵੈ ਥੋੜਾ ਜਿਹਾ ਭੋਜਨ ਛਕ ਲੈਂਦੇ ਆ, ਬਸ ਹੋਰ ਕੁਝ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਆਪਣੀ ਬੈ ਸਗਲ ਬਤਾਈ ਇਉਂ ਮਾਤਾ ਸਾਹਿਬ ਦੇਵਾ ਕੌਰ ਜੀ ਨੇ ਆਪਣੀ ਬਾਕੀ ਰਹਿੰਦੀ ਉਮਰ ਵਿਛੋੜੇ ਦੇ ਦੁੱਖ ਵਿੱਚ ਬਤੀਤ ਕੀਤੀ। ਤੇ ਪਤੀ ਪਤ ਮੈਂ ਚਿਤ ਬਿਰਤ ਲਗਾਈ ਪਿਆਰੇ ਪਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਚਿੱਤ ਦੀ ਬਿਰਤੀ ਲਾ ਕੇ ਰੱਖੀ। ਮਾਤ ਸੁੰਦਰੀ ਸਭ ਵਿਵਹਾਰ ਮਾਤਾ ਸੁੰਦਰੀ ਜੀ ਸਭ ਵਿਵਹਾਰ ਜਿਹੜੇ ਕਰਦੇ ਹਨ। ਦੇਣ ਦੇਣ ਕੀ ਜੇਤ ਬਕਾਰ ਜਿੰਨੀ ਕਾਰ ਭੇਟਾ ਗੁਰੂ ਕੀਆਂ ਸੰਗਤਾਂ ਤੋਂ ਲੈਣੀ ਉਹਨਾਂ ਨੂੰ ਸਿਰੋਂ ਪਾਉ ਦੇਣੇ, ਇਹ ਜ਼ਿੰਮੇਵਾਰੀ ਜਿਹੜੀ ਸਤਿਗੁਰੂ ਜੀ ਲਾ ਕੇ ਗਏ ਆ ਉਹਨੂੰ ਨਿਭਾਉਂਦੇ ਹਨ। ਸੁਧ ਕੇ ਸਮ ਅਜੀਤ ਸਿੰਘ ਪਾਰੈ ਔਰ ਆਪਣੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਵਾਂਗ ਹੀ ਜਿਹੜਾ ਸੁਨਿਆਰੇ ਦਾ ਪੁੱਤਰ ਮਾਤਾ ਜੀ ਨੇ ਗੋਦ ਲਿਆ ਸੀ, ਉਹਨੂੰ ਉਸੇ ਤਰ੍ਹਾਂ ਹੀ ਬੜੇ ਪਿਆਰ ਨਾਲ ਪਾਲ ਰਹੇ ਹਨ। ਬਹੁ ਸਨੇਹ ਕਰ ਭੋਜਨ ਖਵਾਰੈ ਬੜੇ ਸਨੇਹ ਕਰਕੇ ਬੜਾ ਪਿਆਰ ਕਰਕੇ ਭੋਜਨ ਆਪ ਹੱਥੀਂ ਛਕਾਉਂਦੇ ਹਨ ਮਾਤਾ ਜੀ। ਨਾਨਾ ਮਿਲ ਕੇ ਬਸਤਰ ਬਣਾਵੈ ਅਨੇਕਾਂ ਪ੍ਰਕਾਰ ਦੇ ਕੀਮਤੀ ਵਸਤਰ ਬਣਾ ਕੇ ਇਸ ਨੂੰ ਦਿੰਦੇ ਹਨ। ਨਿਗੜ ਬਿਠਾਏ ਹੀਰ ਪਹਿਰਾਵੈ ਆਪਣੇ ਨੇੜੇ ਬਿਠਾ ਕੇ ਸਾਹਮਣੇ ਬਿਠਾ ਕੇ ਇਹਨੂੰ ਦੇਖਦੇ ਆ, ਪਹਿਨਾਉਂਦੇ ਹਨ ਸੁੰਦਰ ਵਸਤਰ। ਏਮ ਭੂਖਨ ਬਹੁ ਕਰਵਾਈ ਬਹੁਤ ਸਾਰੇ ਸੋਨੇ ਦੇ ਗਹਿਣੇ ਆਪਣੇ ਪੁੱਤਰ ਵਾਸਤੇ, ਪਾਲਕ ਪੁੱਤਰ ਵਾਸਤੇ ਮਾਤਾ ਨੇ ਕਢਵਾਏ। ਇਹ ਮੁਕਤਾ ਕਾਨਨ ਮੈਂ ਪਾਈ ਔਰ ਬਹੁਤ ਹੀ ਮੋਤੀਆਂ ਵਾਲੇ ਗਹਿਣੇ ਪਹਿਨਾਏ। ਕਰਤੈ ਤੇਸ ਕਰਤ ਸਨੇਹੂ ਇਉਂ ਮਨ ਪਰਚਾ ਕੇ ਰੱਖਦੇ ਆ ਆਪਣੇ ਪਾਲਕ ਪੁੱਤਰ ਦੇ ਨਾਲ, ਜਿਹਦਾ ਨਾਮ ਵੀ ਮਾਤਾ ਜੀ ਨੇ ਅਜੀਤ ਸਿੰਘ ਹੀ ਰੱਖਿਆ ਸੀ। ਸੋ ਉਹਦੇ ਨਾਲ ਪਰਚੇ ਰਹਿੰਦੇ ਹਨ, ਦਿਲ ਬਹਿਲਾ ਕੇ ਰਹਿੰਦੇ ਹਨ। ਸੂਰਤ ਜਨ ਅਜੀਤ ਸਿੰਘ ਇਹੂ ਇਉਂ ਜਾਣਦੇ ਆ ਵੀ ਇਹ ਤਾਂ ਅਜੀਤ ਸਿੰਘ ਦੀ ਸੂਰਤ ਹੈ, ਇਹੋ ਜਿਹਾ ਹੀ ਚਿਹਰਾ ਮੋਹਰਾ ਹੈ ਉਸ ਦਾ ਵੀ। ਮੋਰ ਤੁਰੰਗਮ ਚੰਚਲ ਲੀਨ ਫਿਰ ਮਾਤਾ ਜੀ ਨੇ ਇੱਕ ਬਹੁਤ ਮੁੱਲ ਦੇ ਕੇ ਬਹੁਤ ਚੰਚਲ ਘੋੜਾ, ਬੜਾ ਤੇਜ਼ ਤਰਾਰ ਘੋੜਾ ਖਰੀਦਿਆ। ਬਹੁ ਤਨ ਦੇ ਕਰਵਾਏ ਸੁਨੀਨ ਇਸੇ ਤਰ੍ਹਾਂ ਬਹੁਤ ਧਨ ਦੇ ਕੇ ਬੜੀ ਸੁੰਦਰ ਕਾਠੀ ਘੋੜੇ ਤੇ ਪਾਉਣ ਵਾਸਤੇ ਤਿਆਰ ਕਰਵਾਈ। ਐ ਚੜਾਏ ਕਰ ਪੁਰਪਰ ਕਥਾ ਪੁਰ ਮੈਂ ਫੇਰਾ ਔਰ ਘੋੜੇ ਦੇ ਉੱਤੇ ਸਵਾਰ ਕਰਕੇ ਘੋੜੇ ਦੇ ਉੱਤੇ ਚੜਾ ਕੇ ਮਾਤਾ ਜੀ ਇਹ ਦਿੱਲੀ ਨਗਰੀ ਦੇ ਵਿੱਚ ਪੁੱਤਰ ਨੂੰ ਫੇਰਦੇ ਹਨ, ਉਹਦੇ ਗੇੜ ਉਸ ਨੂੰ ਸਾਹ ਸੰਗ ਅਸਵਾਰੀ ਕਰਾਉਂਦੇ ਹਨ। ਗੁਰੂ ਪੁੱਤਰ ਕਹਿ ਸਗਰੀ ਹੀਰੇ ਸਾਰੀ ਸੰਗਤ ਜਿਹੜੀ ਦੇਖਦੀ ਆ ਸਾਰੇ ਕਹਿੰਦੇ ਆ ਇਹ ਗੁਰੂ ਕਾ ਪੁੱਤਰ ਹੈ। ਇਸ ਪ੍ਰਕਾਰ ਦਿੱਲੀ ਪੁਰ ਕਥਾ ਇਸ ਪ੍ਰਕਾਰ ਸਾਧ ਸੰਗਤ ਜੀ ਦਿੱਲੀਪੁਰੀ ਦੀ ਜਿਹੜੀ ਕਥਾ ਹੈ, ਸੋਤਾ ਸੁਨੋ ਪ੍ਰੀਤ ਧਰ ਤਥਾ ਹੇ ਸਰੋਤਾ ਜਨੋ ਇਸ ਕਥਾ ਨੂੰ ਪ੍ਰੇਮ ਧਾਰ ਕੇ ਸੁਣਨਾ ਕਰੋ, ਕਿਉਂਕਿ ਜਿਹੜੀ ਕਥਾ ਹੈ ਉਹ ਪ੍ਰੇਮ ਤੋਂ ਬਿਨਾਂ ਸਾਧ ਸੰਗਤ ਸੁਣੀ ਵੀ ਨਹੀਂ ਜਾਂਦੀ, ਤੇ ਜੇ ਸੁਣ ਵੀ ਲਵਾਂਗੇ
ਮਜਬੂਰੀ ਬਸ ਬੈਠੇ ਰਹਾਂਗੇ ਤੇ ਫਿਰ ਸਾਧ ਸੰਗਤ ਸਮਝ ਵੀ ਨਹੀਂ ਆਉਂਦੀ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ ਉਹਨਾਂ ਨੂੰ ਸੁਣਨ ਦਾ ਸਮਾਂ ਮਿਲਦਾ ਹੈ ਤੇ ਉਹੀ ਸੁਣ ਕੇ ਸਮਝਦੇ ਆ। ਆਪਣੇ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਵੱਡੇ ਪੁਰਖਿਆਂ ਦਾ ਇਤਿਹਾਸ ਉਹ ਯਾਦ ਰੱਖਦੇ ਆ। ਇਉਂ ਸਾਧ ਸੰਗਤ ਜੀ ਮਾਤਾ ਸਾਹਿਬ ਕੌਰ ਜੀ ਦਿੱਲੀ ਵਿਖੇ ਪਹੁੰਚੇ। ਮਾਤਾ ਸੁੰਦਰੀ ਜੀ ਉੱਥੇ ਪਾਲਕ ਪੁੱਤਰ ਅਜੀਤ ਸਿੰਘ ਸਮੇਤ ਰਹਿੰਦੇ ਹਨ। ਇਹ ਕਥਾ ਭਾਈ ਰਾਮ ਕੁਆਰ ਜੀ ਨੇ ਸਰੋਤਿਆਂ ਨੂੰ ਸੁਣਾਈ ਹੈ। ਭਾਈ ਸੰਤੋਖ ਸਿੰਘ ਜੀ ਨੇ ਪਾਠਕਾਂ ਵਾਸਤੇ ਲਿਖੀ ਹੈ ਤੇ ਆਪਾਂ ਇਹਦੇ ਅਰਥ ਕਰਕੇ ਛੰਦਾਬੰਦੀ ਵਾਲੇ ਕਥਾ ਦੇ ਸਾਧ ਸੰਗਤ ਜੀ ਆਪ ਜੀ ਨੂੰ ਸਰਵਣ ਕਰਵਾਏ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਕਥਾ ਵਿਚਾਰ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਅੱਗੇ ਜਿਵੇਂ ਕਥਾ ਆਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ, ਸੋ ਉਹ ਸਾਧ ਸੰਗਤ ਜੀ ਆਪਾਂ ਅਗਾਂਹ ਸਰਵਣ ਕਰਾਂਗੇ। ਸਤਿਗੁਰੂ ਜੀ ਦਾ ਇਤਿਹਾਸ ਕੱਲ੍ਹ ਦੇ ਦੀਵਾਨ ਦੇ ਵਿੱਚ ਆਓ ਬੜੇ ਪਿਆਰ ਦੇ ਨਾਲ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰੀਏ, ਫਿਰ ਅਰਦਾਸ ਵਿੱਚ ਹਾਜ਼ਰੀ ਲਵਾਉਣੀ। ਇਸ ਪ੍ਰਕਾਰ ਦਿੱਲੀਪੁਰ ਕਥਾ ਸਰੋਤਾ ਸੁਨਹੁ ਪ੍ਰੀਤ ਧਰ ਤਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ